ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਹਿਮਤ ਕਰਨ। ਜੋ ਸੁਖਮਨੀ ਸਾਹਿਬ ਜੀ ਦਾ ਤੀਸਰਾ ਸ਼ਲੋਕ ਹੈ, ਉਸ ਦੇ ਵਿਚਾਰ ਸਾਨੂੰ ਸਮਝ ਆ ਜਾਏ। ਸਤਿਗੁਰ ਦੇ ਪਾਵਨ ਬਚਨ ਹਨ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸ਼ਾਸਤਰ ਸ਼ਬਦ ਦਾ ਮਤਲਬ ਕੀ ਹੈ? ਸ਼ਾਸਤਰ ਸ਼ਬਦ ਦਾ ਮਤਲਬ ਹੈ ਜੋ ਸਾਡੇ ਹਿੱਤ ਵਿੱਚ ਹੋਵੇ, ਉਹ ਸਿੱਖਿਆਦਾਇਕ ਗੱਲਾਂ ਦੱਸਣ ਵਾਲਾ ਗ੍ਰੰਥ, ਉਸ ਨੂੰ ਅਸੀਂ ਸ਼ਾਸਤਰ ਕਹਿੰਦੇ ਹਾਂ। ਆਮ ਤੌਰ ਤੇ ਜੋ ਹਿੰਦੂ ਵੀਰਾਂ ਦੇ 6 ਗ੍ਰੰਥ ਨੇ, ਉਹਨਾਂ ਵਾਸਤੇ ਵੀ ਇਹ ਸ਼ਬਦ ਵਰਤ ਲਿਆ ਜਾਂਦਾ ਹੈ। ਪਰ ਇੱਥੇ ਸ਼ਬਦ ਹੈ ਬਹੁ ਸ਼ਾਸਤਰ, ਪਾਵਰਤ ਜਿੰਨੇ ਵੀ ਸ਼ਾਸਤਰ ਹਨ, ਤੇ ਸਿਮਰਤੀ, ਇਹ ਵੀ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ ਨੇ। ਸਿਮਰਤ ਦਾ ਅਰਥ ਹੁੰਦਾ ਹੈ ਯਾਦ ਸ਼ਕਤੀ। ਜੋ ਰਿਸ਼ੀਆਂ ਮੁਨੀਆਂ ਦੇ ਵੱਡੇ ਵਡੇਰਿਆਂ ਨੇ ਆਪਣੀ ਯਾਦ ਸ਼ਕਤੀ ਦੇ ਨਾਲ ਜਿਨ੍ਹਾਂ ਗ੍ਰੰਥਾਂ ਨੂੰ ਲਿਖਿਆ, ਜਿਹਦੇ ਵਿੱਚ ਕੁਝ ਸੁਨੇਹਾ ਦਿੱਤਾ, ਉਹਨਾਂ ਨੂੰ ਸਿਮਰਤੀਆਂ ਦਾ ਨਾਮ ਦਿੱਤਾ ਗਿਆ। ਇੱਕ ਸ਼ਬਦ ਦੇ ਵਿੱਚ ਆਇਆ ਪੇਖੇ। ਇੱਕ ਹੁੰਦਾ ਦੇਖਣਾ, ਇੱਕ ਹੁੰਦਾ ਪੇਖਣਾ। ਦੇਖਣਾ ਦਾ ਮਤਲਬ ਹੈ ਵੀ ਉੱਤੋਂ ਉੱਤੋਂ ਅੱਖਾਂ ਦੇ ਨਾਲ ਦੇਖ ਲਿਆ। ਪੇਖਣ ਦਾ ਮਤਲਬ ਹੈ ਚੰਗੀ ਡੂੰਘਾਈ ਦੇ ਨਾਲ ਵੇਖ ਲਿਆ, ਪੜਤਾਲ ਕੀਤੀ ਅੰਦਰੋਂ। ਤੇ ਨਾਲ ਸ਼ਬਦ ਵਰਤਿਆ ਢੰਡੋਲ। ਢੰਡੋਲ ਮੈਨੇ ਐਨ ਚੰਗੇ ਤਰੀਕੇ ਦੇ ਨਾਲ ਘੋਖ ਪੜਤਾਲ ਕਰਕੇ, ਉੱਪਰੋਂ ਨਹੀਂ, ਐਨ ਡੀਪਲੀ ਸਟੱਡੀ ਕਰਕੇ ਇਹ ਸਾਰੀ ਗੱਲ ਵੇਖੀ। ਤੇ ਉਹਦਾ ਜੋ ਨਤੀਜਾ ਮੇਰੇ ਮਾਲਕ ਨੇ ਸਾਹਮਣੇ ਰੱਖਿਆ ਨਾ, ਉਹ ਅਸੀਂ ਆਪਣੇ ਮਨ ਵਿੱਚ ਵਸਾ ਲਈਏ ਅੱਜ। ਕਿਉਂਕਿ ਰਹਾਉ ਦੀ ਪੰਕਤੀ ਕੀ ਹੈ? ਸੁਖ ਦੇਣ ਵਾਲਾ ਕੌਣ ਹੈ? ਸੁਖਮਨੀ ਕੌਣ ਹੈ? ਉਹ ਹੈ ਪ੍ਰਭੂ ਦਾ ਨਾਮ। ਇੱਕ ਪਾਸੇ ਹੈ ਪ੍ਰਭੂ ਦਾ ਨਾਮ, ਦੂਜੇ ਪਾਸੇ ਹੈ ਸ਼ਾਸਤਰਾਂ ਤੇ ਸਿਮਰਤੀਆਂ ਦੇ ਵਿੱਚ ਦੱਸੇ ਹੋਏ ਕਰਮ ਕਾਂਡ ਆਦਿਕ। ਜਦੋਂ ਮੇਰੇ ਮਾਲਕ ਨੇ ਦੋਹਾਂ ਨੂੰ ਸਾਹਮਣੇ ਰੱਖਿਆ ਤੇ ਇੱਕ ਗੱਲ ਸਾਫ਼ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਇਹਨਾਂ ਦੇ ਵਿੱਚ ਦਰਜ ਜਿੰਨੇ ਵੀ ਕਰਮ ਕਾਂਡ ਹੈਗੇ ਨੇ ਨਾ, ਜੋ ਵੀ ਇਹਨਾਂ ਦੀ ਵਿਚਾਰਧਾਰਾ ਹੈਗੀ ਹੈ, ਉਹ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ, ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ। ਅਰਥ ਕੋਈ ਬਹੁਤੇ ਔਖੇ ਨਹੀਂ ਨੇ, ਬਹੁਤ ਧਿਆਨ ਦੇ ਨਾਲ ਆਪਾਂ ਪੜ੍ਹੀਏ ਤੇ ਅਰਥ ਸਪਸ਼ਟ ਹੋ ਜਾਣਗੇ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ। ਰੱਬ ਦੀ ਬਰਾਬਰੀ ਨਹੀਂ ਕਰ ਸਕਦੇ। ਨਾਨਕ ਨਾਮ ਅਮੋਲ, ਪ੍ਰਭੂ ਦਾ ਨਾਮ ਤੇ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਹੁਣ ਆਓ ਆਪਾਂ ਥੋੜੀ ਜਿਹੀ ਵਿਚਾਰ ਕਰੀਏ ਕਿ ਸਤਿਗੁਰੂ ਜੀ ਨੇ ਐਡਾ ਵੱਡਾ ਜਿਹੜਾ ਨਿਰਣਾ ਕੀਤਾ ਹੈ, ਤੇ ਕੀਤਾ ਵੀ ਢੰਡੋਲ ਕੇ ਹੈ, ਪੜਤਾਲ ਕਰਕੇ ਹੈ। ਕੀ ਕਾਰਨ ਨੇ? ਅਸੀਂ ਕੁਝ ਕੁ ਕਾਰਨ ਸਾਂਝੇ ਕਰਦੇ ਹਾਂ। ਦੇਖੋ, ਆਮ ਤੌਰ ਤੇ ਜਿਹੜਾ ਲੇਖਕ ਹੈ ਨਾ, ਜਿੰਨੇ ਵੀ ਆਪਾਂ ਬਹੁਤੇ ਗ੍ਰੰਥ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਸਟੋਰੀ ਜੀ ਬਣਾਈ ਹੋਈ ਹੈ ਬਹੁਤੀ ਵਾਰੀ। ਉਹਦੇ ਵਿੱਚ ਕੋਈ ਰਸ ਭਰਨ ਦਾ ਯਤਨ ਕੀਤਾ ਲੇਖਕ ਨੇ, ਤਾਂ ਕਿ ਮੇਰੀ ਰਚਨਾ ਨੂੰ ਕੋਈ ਪੜ੍ਹੇ। ਕਿਸੇ ਵਿੱਚ ਵੀਰ ਰਸ ਹੈ, ਕਿਸੇ ਵਿੱਚ ਸ਼ਾਂਤ ਰਸ ਹੈ, ਕਿਸੇ ਦੇ ਵਿੱਚ ਕੋਈ ਹੋਰ ਰਸ ਹੈ, ਰੋਚਕਤਾ ਹੈ। ਅਲੰਕਾਰ ਵੀ ਵਰਤੇ ਵੀ ਪੜ੍ਹਦਿਆਂ ਬੜਾ ਹੈਰਾਨ ਹੋਵੇ, ਮੇਰੇ ਗਿਆਨ ਦਾ ਪਤਾ ਲੱਗੇ। ਉਦਾਹਰਨਾਂ ਵੀ ਦਿੱਤੀਆਂ, ਤੇ ਜੋ ਦਿਸ ਰਿਹਾ ਪਸਾਰਾ ਹੈ ਨਾ, ਉਹਦੀ ਬੜੀ ਗੱਲ ਕੀਤੀ। ਹੁਣ ਇੱਕ ਪਾਸੇ ਤਾਂ ਰੱਬ ਦਾ ਪਿਆਰ ਹੈ, ਜੋ ਰੱਬ ਬਾਰੇ ਸੁਣਨਾ ਚਾਹੁੰਦਾ, ਜੋ ਰੱਬ ਦੀਆਂ ਬਾਤਾਂ ਪਾਣੀਆਂ ਚਾਹੁੰਦਾ, ਤੇ ਦੂਜੇ ਪਾਸੇ ਹੈ ਸਾਡੇ ਮਨੋਰੰਜਨ ਦੇ ਆਧਾਰ ਦੇ ਉੱਤੇ ਲਿਖੀ ਹੋਈ ਰਚਨਾ। ਬੇਸ਼ੱਕ ਵੀਰ ਰਸ ਕੋਈ ਰਸ ਪੈਦਾ ਕਰਦਾ ਹੈ, ਪਰ ਕਿਤਨਾ ਕੁ ਚਿਰ ਰਹੇਗਾ। ਬੇਸ਼ੱਕ ਸ਼ਾਂਤ ਰਸ ਸਾਡੇ ਅੰਦਰ ਕੁਝ ਨਾ ਕੁਝ ਸਵਾਦ ਪੈਦਾ ਕਰਦਾ ਹੈ, ਪਰ ਉਹ ਕਿੰਨਾ ਕੁ ਚਿਰ ਰਹੇਗਾ। ਕਿਸੇ ਵੀਰ ਅਸੀਂ ਕਵਿਤਾ ਨੂੰ ਸੁਣ ਕੇ ਅਸੀਂ ਵੀ ਜਕਾਰਾ ਛੱਡ ਦਿੰਦੇ ਆ ਨਾ, ਮੁੜ ਕੇ ਸਾਡੇ ਵੀ ਡੋਲੇ ਫੜਕਣ ਲੱਗ ਪੈਂਦੇ ਆ ਕਈ ਵਾਰੀ, ਪਰ ਕਿੰਨਾ ਕੁ ਚਿਰ? ਥੋੜੀ ਕੁ ਦੇਰ ਬਾਅਦ ਅਸੀਂ ਉਹੋ ਜਿਹੀ ਹੋ ਜਾਂਦੇ ਆ। ਕੋਈ ਐਸਾ ਨਾਟਕ ਚੇਟਕ ਦੇਖਦੇ ਆ ਅਸੀਂ, ਜਿਹਦਾ ਸੀਨ ਐਸਾ ਹੁੰਦਾ ਹੈ ਸਾਡੀਆਂ ਵੀ ਅੱਖਾਂ ਭਰ ਆਉਂਦੀਆਂ ਨੇ, ਕਰੁਣਾ ਰਸ ਹੁੰਦਾ ਉਹਦੇ ਵਿੱਚ।
पर किन्ना कुछ चिर, थोड़ी कि देर बाद वो रस जिहड़ा है ना वो खत्म हो जाता है। पर प्रभु के नाम का जिहड़ा स्वाद है ना वो खत्म होने वाला नहीं है। हुण जिन्ने भी धार्मिक ग्रंथ लिखण का यतन किया उहदे विच मनुख की रुचि वेख ली गई, ਉਹਦਾ ਲਿਖਣ ਦਾ ਢੰਗ ਜਿਹੜਾ ਹੈਗਾ ਸਵਾਦਲਾ ਬਣਾਉਣ ਦੇ ਲਈ ਬੜਾ ਕੁਝ ਐਸਾ ਜਿਹੜਾ ਹੈਗਾ ਆਲੇ ਦੁਆਲੇ ਦਾ ਵਿਸਥਾਰ ਕੀਤਾ ਗਿਆ। ਪ੍ਰਭੂ ਪਿਆਰਿਆਂ ਨੇ ਫਿਰ ਵੇਖਿਆ ਵੀ ਨਹੀਂ, ਇਹ 'ਚ ਰੱਬ ਦੀਆਂ ਬਾਤਾਂ ਨਹੀਂ ਹੈਗੀਆਂ, ਇਹਦੇ ਵਿੱਚ ਤਾਂ ਬਹੁਤਾ ਵਿਸਥਾਰ ਤੇ ਇਸ ਸੰਸਾਰ ਦਾ ਹੀ ਹੋ ਗਿਆ। ਤੇ ਰੱਬੀ ਪਿਆਰੇ ਕੀ ਕਹਿੰਦੇ ਨੇ, ਉਹ ਤੇ ਕਹਿੰਦੇ ਨੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਰੱਬ ਜੀ ਦਾ ਸਵਾਦ ਤੁਹਾਡੇ ਵਿੱਚ ਹੈ ਨਾ ਉਹ ਹੋਰ ਕਿਸੇ ਵਿੱਚ ਨਹੀਂ ਹੈਗਾ। ਠੀਕ ਹੈ, ਸਾਰੀਆਂ ਚੀਜ਼ਾਂ ਮਿੱਠੀਆਂ ਹੈਗੀਆਂ। ਬਾਬਾ ਫਰੀਦ ਜੀ ਕਹਿੰਦੇ ਬੜੀ ਡੂੰਘੀ ਤੇ ਗਹਿਰੀ ਗੱਲ ਹੈ, ਇਸ ਨੂੰ ਹਰ ਵਿਸ਼ੇ ਤੇ ਅਸੀਂ ਲਗਾ ਸਕਦੇ ਹਾਂ, ਸਮਝ ਸਕਦੇ ਹਾਂ। ਬੇਸ਼ੱਕ ਸੁਣਨ ਦੇ ਵਿੱਚ ਕੋਈ ਗੱਲ ਸਵਾਦਲੀ ਹੋਵੇ, ਪੇਸ਼ਕਾਰੀ ਵੀ ਸਵਾਦਲੀ ਹੋਵੇ। ਜਿਸ ਵੇਲੇ ਰਮਾਇਣ ਦੀ ਪੇਸ਼ਕਾਰੀ ਹੋਈ ਸੀ ਨਾ, ਲੋਕ ਕਿਵੇਂ ਟੀਵੀ ਦੇਖਦੇ ਸਨ, ਜਿਵੇਂ ਮਹਾਭਾਰਤ ਦੀ ਪੇਸ਼ਕਾਰੀ ਹੋਈ ਸੀ ਲੋਕ ਕਿਵੇਂ ਵੇਖਦੇ ਸਨ, ਉਹ 'ਚ ਇੱਕ ਰਸ ਸੀ, ਰੋਚਕਤਾ ਸੀ, ਲੜਾਈ ਝਗੜਾ ਸੀ ਉਹਦੇ ਵਿੱਚ। ਪਰ ਰੱਬ ਦੀ ਗੱਲ ਕਿੱਥੇ ਹੈ, ਪ੍ਰਭੂ ਪਿਆਰ ਦੀ ਗੱਲ ਕਿੱਥੇ ਹੈ ਉਹਦੇ ਵਿੱਚ, ਪ੍ਰਭੂ ਦੇ ਨਾਮ ਦੀ ਗੱਲ ਕਿੱਥੇ ਹੈ ਉਹਦੇ ਵਿੱਚ। ਤੇ ਮੇਰੇ ਮਾਲਕ ਨੇ ਇਸੇ ਕਰਕੇ ਗੱਲ ਕਹੀ ਕਿ ਜਦੋਂ ਅਸੀਂ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਵੇਖਦੇ ਹਾਂ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਗੱਲ ਜਿਹੜੀ ਹੈ ਉਹ ਤਾਂ ਲੁਕਵੀਂ ਜੀ ਰਹਿ ਜਾਂਦੀ ਹੈ, ਬਾਕੀ ਹੋਰ ਦਾ ਪਸਾਰਾ ਬਹੁਤ ਹੈ। ਇਸ ਕਰਕੇ ਰੱਬ ਦੀ ਬਰਾਬਰੀ ਨਹੀਂ ਕਰ ਸਕਦੇ, ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਉਦਾਹਰਨ ਲਈਏ, ਇੱਕ ਬੱਚਾ ਹੈ, ਉਹ ਆਪਣੇ ਪਿਤਾ ਤੋਂ ਵਿਛੜਿਆ ਹੋਇਆ ਹੈ, ਨਹੀਂ ਪਿਤਾ ਵੇਖਿਆ ਉਸਨੇ, ਉਹਦੇ ਅੰਦਰ ਦੀ ਇੱਛਾ ਤੇ ਹੈ ਪਿਤਾ ਨੂੰ ਮਿਲਣ ਦੀ। ਉਹ ਤੇ ਕਹੇਗਾ ਭਾਈ ਮੈਨੂੰ ਮੇਰੇ ਪਿਓ ਦੀਆਂ ਗੱਲਾਂ ਸੁਣਾਓ, ਮੈਨੂੰ ਮੇਰੇ ਪਿਤਾ ਜੀ ਬਾਰੇ ਦੱਸੋ, ਤੇ ਕੋਈ ਹੋਰ ਹੀ ਕਹਾਣੀਆਂ ਸੁਣਾਈ ਜਾਏ ਵੀ ਆਹ ਬੜੀ ਵਧੀਆ ਗੱਲ ਈ, ਆਹ ਬੜਾ ਵਧੀਆ ਚੁਟਕਲਾ ਹੈ। ਉਹਨੇ ਕੀ ਕਰਨਾ, ਉਹਦਾ ਰਸ ਨਹੀਂ ਬਣਨਾ, ਉਹਨੇ ਫਿਰ ਕਹਿਣਾ ਭਾਈ ਮੇਰੇ ਪਿਤਾ ਦੀ ਗੱਲ ਕੋਈ ਸੁਣਾ। ਇਸੇ ਤਰ੍ਹਾਂ ਹੀ ਜਿਸ ਵੇਲੇ ਰਿਸ਼ਤਾ ਹੋ ਜਾਏ ਬੱਚੇ ਬੱਚੀ ਦਾ, ਤੇ ਜਿੰਨਾ ਆਨੰਦ ਜਾਂ ਜਿੰਨਾ ਸੁਣਨ ਦੀ ਇੱਛਾ ਉਹਨੂੰ ਆਪਣੇ ਸਾਥੀ ਬਾਰੇ ਹੁੰਦੀ ਹੈ ਨਾ, ਉਹਨਾਂ ਹੋਰ ਬਾਰੇ ਨਹੀਂ ਹੁੰਦੀ। ਤੇ ਅਸੀਂ ਤੇ ਜੀਵ ਇਸਤਰੀ ਹੈ ਤੇ ਰੱਬ ਸਾਡਾ ਪਤੀ ਹੈ, ਤੇ ਉਹਦੇ ਬਾਰੇ ਜੋ ਅੰਦਰ ਦੀ ਇੱਛਾ ਹੈ ਨਾ ਉਹ ਗੁਰਬਾਣੀ ਵੀ ਦੱਸਿਆ। ਗੁਰਬਾਣੀ ਵਿੱਚ ਰੱਬੀ ਪਿਆਰ ਵਾਲਿਆਂ ਬਾਰੇ ਬਚਨ ਨੇ, ਉਹ ਤੇ ਕਹਿੰਦੇ ਨੇ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਵੀ ਮਿਲ ਕੇ ਆਪਾਂ ਕਹਾਣੀਆਂ ਕਿਹੜੀਆਂ ਕਰਨੀਆਂ ਹਨ, ਰੱਬ ਦੀਆਂ ਗੱਲਾਂ ਕਰਨੀਆਂ, ਅਸੀਂ ਦੂਜੀਆਂ ਗੱਲਾਂ ਨਹੀਂ ਕਰਨੀਆਂ। ਧੰਨ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਵੀ ਮੈਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਵੇਖ ਲਏ ਸਾਰੇ ਦੇ ਸਾਰੇ ਸ਼ਾਸਤਰ, ਇਹਦੇ ਵਿੱਚ ਰੱਬ ਦੀ ਗੱਲ ਹੀ ਨਹੀਂ ਹੈਗੀ। ਜੋ ਇਹਦੇ ਵਿੱਚ ਬਿਆਨ ਕੀਤਾ ਹੋਇਆ ਉਹ ਤੇ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰਦਾ, ਉਹ ਤੇ ਰੱਬ ਦੀ ਬਰਾਬਰੀ ਨਹੀਂ ਹੈ। ਇੱਕ ਪੱਖ। ਦੂਸਰਾ ਪੱਖ, ਤੁਸੀਂ ਕਹਾਣੀ ਸੁਣੀ ਹੋਵੇਗੀ ਵੀ ਹਾਥੀ ਦੇ ਬਾਰੇ ਜਾਣਕਾਰੀ ਦੇਣ ਦੀ ਸੇਵਾ ਲੈ ਲਈ ਉਹਨਾਂ ਨੇ ਜਿਨ੍ਹਾਂ ਨੂੰ ਦਿਸਦਾ ਹੀ ਕੁਝ ਨਹੀਂ, ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ। ਇਹ ਕਹਾਣੀ ਅਕਸਰ ਤੁਸੀਂ ਸੁਣੀ ਹੋਵੇਗੀ ਬੜੀ ਵਾਰੀ। ਤੇ ਨਤੀਜਾ ਕੀ ਨਿਕਲਿਆ ਸੀ ਭਲਾ? ਜਿਸ ਨੂੰ ਇੱਕ ਨੂੰ ਦਿਸਦਾ ਨਹੀਂ ਸੀ ਅਸੀਂ ਅੰਨਾ ਕਹਿ ਦਿੰਦੇ ਹਾਂ। ਮੈਂ ਜ਼ਿਆਦਾ ਸ਼ਬਦ ਉਹ ਨਹੀਂ ਵਰਤ ਰਿਹਾ, ਗੁਰਬਾਣੀ ਦੇ ਵਿੱਚ ਸਿੱਖ ਧਰਮ ਵਿੱਚ ਸੂਰਮਾ ਕਿਹਾ ਗਿਆ ਜਿਹਨੂੰ ਦਿਸਦਾ ਨਹੀਂ। ਉਹਦੇ ਹੱਥ ਵਿੱਚ ਹਾਥੀ ਦੇ ਕੰਨ ਆ ਗਏ ਤੇ ਕਹਿਣ ਲੱਗਾ ਭਾਈ ਮੈਨੂੰ ਪਤਾ ਲੱਗਿਆ ਹਾਥੀ ਤੇ ਇੱਕ ਛੱਜ ਵਰਗਾ ਹੈ। ਹੁਣ ਪਿੰਡੂ ਮਾਹੌਲ ਦੇ ਵਿੱਚ ਜਿਹੜੇ ਰਹੇ ਉਹਨਾਂ ਨੂੰ ਪਤਾ ਹੋਏਗਾ ਵੀ ਜਿਹਦੇ ਨਾਲ ਕਣਕ ਛਾਂਡੀ ਜਾਂਦੀ ਹੈ ਨਾ, ਉਹਦਾ ਇੱਕ ਆਕਾਰ ਹੁੰਦਾ ਇਸ ਤਰ੍ਹਾਂ ਦਾ ਛੱਜ, ਲੱਕੜ ਦਾ ਬਣਿਆ ਹੋਇਆ ਹੁੰਦਾ ਹੈ, ਕਾਨਿਆਂ ਦਾ ਬਣਿਆ ਹੋਇਆ ਹੁੰਦਾ ਹੈ। ਉਹ ਕਹਿੰਦਾ ਹਾਥੀ ਤਾਂ ਛੱਜ ਵਰਗਾ ਹੈ, ਤੇ ਜਿਹਦੇ ਹੱਥ ਆ ਗਈ ਉਹਦੀ ਸੁੰਡ, ਉਹ ਕਹਿਣ ਲੱਗਾ ਬਈ ਮੈਨੂੰ ਪਤਾ ਲੱਗ ਗਿਆ ਹਾਥੀ ਤੇ ਇੱਕ ਬਹੁਤ ਵੱਡੀ ਮੋਟੀ ਪਾਈਪ ਵਰਗਾ ਹੈ। ਤੇ ਜਿਹਦੇ ਹੱਥ ਵਿੱਚ ਆ ਗਿਆ ਉਹਦਾ ਪੈਰ, ਉਹ ਕਹਿਣ ਲੱਗਾ ਨਹੀਂ ਨਹੀਂ ਤੇਰਾ ਅੰਦਾਜ਼ਾ ਗਲਤ ਹੈ, ਹਾਥੀ ਤੇ ਇੱਕ ਥੰਮ ਵਰਗਾ ਹੈ, ਜਿੱਤੇ ਬਿਲਡਿੰਗ ਪਿੱਲਰ ਜਿਹਨੂੰ ਅਸੀਂ ਕਹਿੰਦੇ ਆ,
ਤੇ ਇੱਕ ਦੇ ਹੱਥ ਆ ਗਈ ਪੂੰਛ। ਉਹ ਕਹਿਣ ਲੱਗਾ ਨਹੀਂ ਨਹੀਂ, ਤੁਹਾਡਾ ਅੰਦਾਜ਼ਾ ਤੇ ਬਹੁਤ ਗਲਤ ਹੈ। ਹਾਥੀ ਜਿਹੜਾ ਹੈ ਨਾ ਉਹ ਤੇ ਇੱਕ ਰੱਸੀ ਵਰਗਾ ਹੈ। ਹੁਣ ਧਿਆਨ ਦੇਣਾ, ਨਾ ਤੇ ਹਾਥੀ ਰੱਸੀ ਵਰਗਾ ਹੈ, ਨਾ ਥੰਮ ਵਰਗਾ ਹੈ, ਨਾ ਪਾਈਪ ਵਰਗਾ ਹੈ, ਤੇ ਨਾ ਹੀ ਛੱਜ ਵਰਗਾ ਹੈ। ਪਰ ਦਾਅਵੇ ਦੇ ਨਾਲ ਉਹਨਾਂ ਸਭ ਨੇ ਕਿਹਾ ਵੀ ਸਾਨੂੰ ਪਤਾ ਲੱਗ ਗਿਆ। ਉਹਦਾ ਕਾਰਨ ਕੀ ਹੈ ਕਿ ਉਹਨਾਂ ਦੀ ਪਹੁੰਚ ਹੀ ਨਹੀਂ ਹੈ, ਉਹ ਦੇਖ ਹੀ ਨਹੀਂ ਸਕਦੇ। ਇਸੇ ਤਰ੍ਹਾਂ ਜਿਨ੍ਹਾਂ ਨੇ ਰੱਬ ਦੇ ਬਾਰੇ ਗੱਲ ਕਰਨ ਦਾ ਯਤਨ ਕੀਤਾ ਨਾ, ਉਹਨਾਂ ਦੀ ਸਮਰੱਥਾ ਹੀ ਨਹੀਂ ਹੈ। ਦੇਖੋ ਨਾ, ਕਿਸੇ ਨੇ ਮਿੱਟੀ ਦਾ ਇੱਕ ਬੁੱਤ ਬਣਾ ਕੇ ਕਹਿਤਾ ਰੱਬ ਹੈ, ਕਿਸੇ ਨੇ ਕਿਸੇ ਜਾਨਵਰ ਦਾ ਆਕਾਰ ਬਣਾ ਕੇ ਕਹਿਤਾ ਰੱਬ ਹੀ ਹੈ, ਕਿਸੇ ਨੇ ਬੜੀ ਅਜੀਬ ਜੀ ਆਕ੍ਰਿਤੀ ਬਣਾ ਕੇ ਕਹਿਤਾ ਰੱਬ ਇਹੋ ਜਿਹਾ ਹੈ। ਇਹ ਕਿਹਨਾਂ ਵੱਲੋਂ ਬਿਆਨਿਆ ਗਿਆ? ਰੱਬ ਜੀ ਇਹ ਪੱਛਮ ਦਿਸ਼ਾ ਵਿੱਚ ਹੈ, ਕੋਈ ਕਹਿੰਦਾ ਦੱਖਣ ਦਿਸ਼ਾ ਦੇ ਵਿੱਚ ਹੈ। ਇਹ ਕਿਹਨਾਂ ਨੇ ਦੱਸਿਆ? ਜੋ ਰੱਬ ਦੀ ਸਰਵ ਵਿਆਪਕਤਾ ਨੂੰ ਜਾਣ ਹੀ ਨਹੀਂ ਸਕੇ। ਇਸੇ ਕਰਕੇ ਉਹਨਾਂ ਨੇ ਕਿਸੇ ਇੱਕ ਖਾਸ ਦਿਸ਼ਾ ਨੂੰ, ਇੱਕ ਥਾਂ ਨੂੰ, ਇੱਕ ਆਕਾਰ ਨੂੰ ਰੱਬ ਮੰਨਿਆ, ਬਾਕੀਆਂ ਨੂੰ ਰੱਬ ਮੰਨਿਆ ਕੋਈ ਨਹੀਂ। ਧੰਨ ਗੁਰੂ ਅਰਜਨ ਸਾਹਿਬ ਜੀ ਇਸੇ ਕਰਕੇ ਕਹਿੰਦੇ ਨੇ ਵੀ ਬਿਆਨ ਉਹ ਕਰ ਰਹੇ ਨੇ ਜਿਨ੍ਹਾਂ ਦੀ ਸਮਰੱਥਾ ਹੀ ਨਹੀਂ ਹੈ। ਇਸ ਕਰਕੇ ਕਹਿਣ ਲੱਗੇ ਵੀ ਇਹਨਾਂ ਸ਼ਾਸਤਰਾਂ ਸਿਮਰਤੀਆਂ ਵਿੱਚ ਅਸਲੀਅਤ ਨਹੀਂ ਹੈ, ਰੱਬ ਦੀ ਬਰਾਬਰੀ ਨਹੀਂ ਹੈ, ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਹੈ, ਨਹੀਂ ਪੁੱਜ ਸਕੇ ਉੱਥੇ ਤੱਕ। ਤੀਸਰਾ ਕਾਰਨ ਇਹਦੇ ਬਾਰੇ ਵੀ ਸਮਝਣਾ, ਸੋਨਾ ਇੱਕ ਧਾਤ ਹੈ। सोने दे बारे में एक किताब लिख दवा, सोने दे बारे में किताब लिख दवा, ज्ञान है। पर तुम सोच के वेखो भी वो लिखिया होया कि सोने की बराबरी कर सकता है? सोना सोना है, ਉਹਦੇ ਬਾਰੇ लिखी हुई किताब है, वो सोने की बराबरी किवें करेगी? सोने की बराबरी नहीं कर सकती। ऐदां ही रब दे बारे जो भी बयान किया गया ना, ਤੇ ਜਿੰਨੇ ਵੀ ਇਹ ਗ੍ਰੰਥ ਵਾਲੇ ਸਨ, ਇਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਅਖੀਰ ਦੇ ਵਿੱਚ ਇਹਨਾਂ ਨੂੰ ਲਿਖਣਾ ਪਿਆ ਨੇਤ ਨੇਤ, ਜਾਂ ਨ ਇਤੀ, ਜਾਂ ਅੰਤ ਨਹੀਂ, ਨੇਤ ਨੇਤ ਲਿਖ ਕੇ ਤੇ ਆਪਣੀ ਕਲਮ ਸਿੱਟ ਦਿੱਤੀ, ਭਗਾ ਕੇ ਮਾਰ ਦਿੱਤੀ ਪਰਾਂ। ਨੇਤ ਦਾ ਮਤਲਬ ਕੀ ਹੈ? ਵੀ ਇਹੋ ਜਿਹਾ ਨਹੀਂ ਹੈ, ਜਿਹੋ ਜਿਹਾ ਅਸੀਂ ਬਿਆਨ ਕੀਤਾ ਰੱਬ ਇਹੋ ਜਿਹਾ ਨਹੀਂ ਹੈ, ਸਾਤੋਂ ਨਹੀਂ ਬਿਆਨ ਹੋ ਸਕਿਆ, साड़ी समर्था नहीं है। लिखण वाले ग्रंथकारां ने भी यह लिखिया कि असी रब जी बारे नहीं बयान कर सकते। इस करके मेरे मालिक ने कहा भी गल चेते रखना भी जितने भी शास्त्र ते सिमरतियां दे विच लिखिया होया है ना, वो रब दे नाम दी बराबरी नहीं कर सकते, भावें वो तो कुछ झलकारे तुहानूं मिलन भावें ना मिलन। हुण होया की फिर? सानू एक रस्ता दसिया जाता है भी आह रस्ता है, इहदे ते तुर के असीं रब तक पहुंचना है। यही गल है ना। ते मेरे वर्गा बंदा रस्ते नूं जफ्फा मार के बह जाए, जां कई वारी रस्ते दे उत्ते ना वो लगे हुंदे साइन बोर्ड जो दसदे हन भी इन्ने किलोमीटर दूर है तुहाडी मंजिल, ते मेरे वर्गा बंदा साइन बोर्ड नहीं पकड़ के बह जाए। कुछ इसे तरह किया। सतगुरु जी ने क्यों कहना पिया ये गल? क्योंकि शास्त्रां ते सिमरतियां विच, माफ करना मैं अपनी गल भी कर लवां, सिख धर्म दे विच भी कई कुछ गल्लां जिहड़ियां हैगियां कीतियां गईयां, असीं उन्हां दा मुख भाव ते समझ नहीं सके, असीं बस उन्हां नूं पकड़ के बह गए। आओ असीं विचार करिए। शास्त्रां ते ग्रंथां विच एक गल अक्सर असीं पढ़दे सुणदे हां, जिहड़ी गल हुंदी इशनान करन दी। हुण सिख होण दे नाते कि असीं इशनान दी गल नहीं करदे, आपां कुछ बचन साझे करदे हां। कर इशनान सिमर प्रभ अपना, क्या है ना इशनान कर। गुर सतगुर का जो सिख अखाए सो भलके, उठ हर नाम ध्यावै, उद्यम करे भलके प्रभाती इशनान करे। इशनान की गल कीती ना,
ਭਾਵੇਂ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਅਸੀਂ ਪੜ੍ਹ ਲਈਏ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ। ਨਹਾਉਣ ਦੀ ਗੱਲ ਹੈ ਨਾ, ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਆਉਂਦੀ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ। ਭਾਵ ਅੰਮ੍ਰਿਤ ਵੇਲੇ ਉੱਠ ਕੇ ਉਹ ਦਰਿਆ ਵੱਲ ਜਾਂਦੇ ਹਨ, ਦੋਸਤੀ ਹੈ ਭਾਵ ਇਸ਼ਨਾਨ ਪਾਣੀ ਕਰਨ ਜਾਂਦੇ ਹਨ। ਇਸ਼ਨਾਨ ਦੀ ਗੱਲ ਆਉਂਦੀ ਹੈ। ਹੁਣ ਪਹਿਲਾਂ ਇਸ਼ਨਾਨ ਕਿਉਂ ਕਰਨਾ ਹੈ, ਇਹ ਗੱਲ ਸਮਝਣ ਦੀ ਲੋੜ ਹੈ। ਕਿਉਂ ਕਿਹਾ ਇਸ਼ਨਾਨ ਕਰੋ? ਤਾਂ ਕਿ ਅਸੀਂ ਪ੍ਰਭੂ ਦਾ ਨਾਮ ਟਿਕ ਕੇ ਐਨ ਚੇਤਨ ਹੋ ਕੇ ਸਮਝ ਸਕੀਏ, ਉਹਦੇ ਨਾਲ ਜੁੜ ਸਕੀਏ, ਸੁਸਤੀ ਦੂਰ ਕਰਕੇ ਬੈਠ ਸਕੀਏ, ਤਨ ਦੀ ਸਫਾਈ ਕਰਕੇ ਨਹਾ ਕੇ, ਜਿਹੜੀ ਇੱਕ ਖਾਸ ਪ੍ਰਕਾਰ ਦਾ ਮਨੁੱਖ ਦੀ ਅਵਸਥਾ ਦਾ ਮਤਲਬ ਹੈ ਉਹਦਾ ਅਵੇਸਲਾਪਨ ਨਿਕਲ ਜਾਂਦਾ ਹੈ, ਉਹ ਚੇਤਨ ਹੋ ਜਾਂਦਾ ਹੈ, ਸੁਸਤੀ ਨਿਕਲ ਜਾਂਦੀ ਹੈ। ਗਰਮੀ ਵਿੱਚ ਭਿੱਜਿਆ ਹੋਇਆ ਬੰਦਾ ਆਇਆ ਹੋਵੇ, ਉਹ ਇਸ਼ਨਾਨ ਪਾਣੀ ਕਰਕੇ ਬੈਠੇ ਰਿਲੀਫ ਮਹਿਸੂਸ ਕਰਦਾ ਹੈ, ਤਾਂ ਕਿ ਸਾਡਾ ਮਨ ਟਿਕ ਸਕੇ। ਮੇਨ ਗੱਲ ਇਸ਼ਨਾਨ ਇਸ ਕਰਕੇ ਕਰਨਾ ਸੀ ਤਾਂ ਕਿ ਪ੍ਰਭੂ ਦਾ ਨਾਮ ਅਸੀਂ ਚੇਤਨਤਾ ਦੇ ਨਾਲ ਜਪ ਸਕੀਏ। ਹੁਣ ਨਾਮ ਦੀ ਗੱਲ ਤਾਂ ਅਸੀਂ ਭੁੱਲ ਗਏ, ਜੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਹੈ, ਤੇ ਇਸ਼ਨਾਨ ਵੀ ਫੜ ਲਿਆ ਸੀ ਲੋਕਾਂ ਨੇ। ਤੀਰਥਾਂ ਤੇ ਇਸ਼ਨਾਨ, ਸਰੋਵਰਾਂ ਤੇ ਇਸ਼ਨਾਨ, ਬੌਲੀਆਂ 'ਚ ਇਸ਼ਨਾਨ, ਗੰਗਾ 'ਚ ਇਸ਼ਨਾਨ, ਜਮਨਾ 'ਚ ਇਸ਼ਨਾਨ, ਸਰਸਵਤੀ ਤੇ ਇਸ਼ਨਾਨ। ਬਸ ਇਸ਼ਨਾਨ ਹੀ ਇਸ਼ਨਾਨ ਰਹਿ ਗਿਆ, ਨਾਮ ਰਿਹਾ ਹੀ ਨਹੀਂ, ਨਾਮ ਗਾਇਬ ਹੀ ਹੋ ਗਿਆ। ਮੇਰੇ ਵਰਗਾ ਬੰਦਾ ਦਰਬਾਰ ਸਾਹਿਬ ਜਾ ਕੇ ਆ ਕੇ ਦੱਸਦਾ ਹੈ, ਮੈਂ ਜੀ ਅੱਧਾ ਘੰਟਾ ਸਰੋਵਰ 'ਚ ਵੜਿਆ ਰਿਹਾ, ਅੱਧਾ ਘੰਟਾ ਮੈਂ ਇੰਨੀਆਂ ਡੁਬਕੀਆਂ ਲਗਾਈਆਂ। ਤੇ ਕੋਈ ਪੁੱਛਦਾ ਵੀ ਰਾਗੀ ਸਿੰਘ ਸ਼ਬਦ ਕਿਹੜਾ ਪੜ੍ਹ ਰਹੇ ਸੀ, ਉਹ ਤਾਂ ਯਾਦ ਨਹੀਂ। ਹੁਕਮ ਕਿਹੜਾ ਆਇਆ ਸੀ, ਉਹ ਤਾਂ ਯਾਦ ਨਹੀਂ। ਇਹਦਾ ਮਤਲਬ ਅਸੀਂ ਇਸ ਕਰਕੇ ਇਸ਼ਨਾਨ ਕਰਨਾ ਸੀ ਵੀ ਚੇਤਨਤਾ ਦੇ ਨਾਲ ਅਸੀਂ ਨਾਮ ਨਾਲ ਜੁੜ ਸਕੀਏ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਨਾਨਕ ਨਾਮ ਅਮੋਲ, ਨਾਮ ਹੈ ਅਮੋਲਕ, ਕਿਤੇ ਉਹਨੂੰ ਛੱਡ ਕੇ ਕੁਝ ਹੋਰ ਹੀ ਨਾ ਫੜ ਕੇ ਬਹਿ ਜਾਈਏ ਅਸੀਂ, ਜਿਵੇਂ ਅਸੀਂ ਲੋਕਾਂ ਨੇ ਫੜ ਲਿਆ। ਤੀਰਥ ਇਸ਼ਨਾਨ ਤੇ ਜਾਣ ਲੱਗਿਆ ਤੇ ਸਾਨੂੰ ਚਾਅ ਚੜ ਜਾਂਦਾ, ਬਾਣੀ ਪੜ੍ਹਨ ਲੱਗਿਆ ਚਾਅ ਚੜਦਾ, ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਚਾਅ ਚੜਦਾ ਸਾਨੂੰ। ਹੁਣ ਕੋਈ ਕਹੇ ਹੇਮਕੁੰਟ ਦੀ ਯਾਤਰਾ ਜਾਣੀ ਹੈ, ਟਰੱਕ ਭਰ ਕੇ ਦੌੜ ਜਾਵਾਂਗੇ ਅਸੀਂ ਉਸੇ ਵੇਲੇ ਉੱਥੇ। ਤੇ ਜੇ ਉਹਨਾਂ ਨੂੰ ਕਈ ਵੀ ਸਵੇਰੇ ਉੱਠ ਕੇ ਨਿਤਨੇਮ ਦਾ ਪਾਠ ਕਰਨਾ ਚਾਹੀਦਾ, ਤੇ ਕਈ ਮੇਰੇ ਵਰਗੇ ਸੁਣਦੇ ਹੀ ਨਹੀਂ। ਇਹਦਾ ਮਤਲਬ ਅਸੀਂ ਨਾਨਕ ਨਾਮ ਅਮੋਲ ਜਿਹੜਾ ਹੈ ਨਾ, ਉਹਨੂੰ ਭੁੱਲ ਗਏ ਆ, ਅਸੀਂ ਕੁਝ ਹੋਰ ਹੀ ਪਕੜ ਲਿਆ। ਇਸ ਕਰਕੇ ਮੇਰੇ ਮਾਲਕ ਨੇ ਇਹ ਗੱਲ ਸਮਝਾਈ ਹੈ, ਕਿਉਂਕਿ ਪਾਵਨ ਬਚਨ ਕੀ ਨੇ। ਜੇ ਅਸੀਂ ਇਸ਼ਨਾਨ ਹੀ ਪਕੜ ਲਿਆ ਨਾ, ਫਿਰ ਸਤਿਗੁਰੂ ਜੀ ਨੂੰ ਕਹਿਣਾ ਪਿਆ, ਮਨ ਮੈਲਾ ਸਭ ਕਿਛ ਮੈਲਾ। ਉਹ ਭਾਈ ਜੇ ਮਨ ਮੈਲਾ ਰਿਹਾ ਨਾ, ਜੋ ਨਾਮ ਨੇ ਸਾਫ਼ ਕਰਨਾ ਸੀ, ਤਾਂ ਸਾਰਾ ਕੁਝ ਹੀ ਮੈਲਾ ਹੈ। ਤਨ ਧੋਤਾ ਮਨ ਹੱਛਾ ਨਾ ਹੋਏ। ਜਿਨ੍ਹਾਂ ਨੇ ਬਾਰ-ਬਾਰ ਕਿਹਾ ਸੀ ਕਰ ਇਸ਼ਨਾਨ, ਉਹਨਾਂ ਨੂੰ ਹੀ ਕਹਿਣਾ ਪਿਆ ਵੀ ਤਨ ਧੋਤਾ ਮਨ ਹੱਛਾ ਨਾ ਹੋਏ, ਕਹਿਣਾ ਪਿਆ ਉਹਨਾਂ ਨੂੰ। ਕਿਉਂਕਿ ਅਸੀਂ ਡੰਡਾ ਹੀ ਪਕੜ ਕੇ ਬਹਿ ਗਏ, ਪੌੜੀ ਦਿਆ ਇੱਕ ਪੌਡਾ ਇੱਕ ਡੰਡਾ, ਉਹਨੂੰ ਪਕੜ ਕੇ ਬਹਿ ਗਏ, ਉਹਨੀ ਮੰਜ਼ਿਲ ਸਮਝ ਲਿਆ। ਤੇ ਬੜੇ ਕਰੜੇ ਬਚਨ ਵੀ ਕਹੇ ਉਹਨਾਂ ਨੇ, ਜਲ ਕੈ ਮੱਜਨ ਜੇ ਗਤ ਹੋਵੇ। ਜੇ ਕਿਤੇ ਪਾਣੀ ਦੇ ਇਸ਼ਨਾਨ ਦੇ ਨਾਲ ਹੀ ਗਤੀ ਹੁੰਦੀ ਨਿਤ ਨਿਤ ਮੇਂਢੁਕ ਨਹਾਵੇਂ। ਡੱਡੂ ਤਾਂ ਨਹੀਂ ਤਾਂ ਪ੍ਰਤੀ ਨਹਾਉਂਦੇ ਆ, ਫਿਰ 13 ਨੰਬਰ ਤਾਂ ਬਹੁਤ ਬਾਅਦ ਵਿੱਚ ਹੈ, ਪਹਿਲਾਂ ਤਾਂ ਡੱਡੂ ਹੋਣਗੇ ਮੁਕਤ। ਇਹ ਕਿਹਨਾਂ ਵਾਸਤੇ ਕਿਹਾ? ਜਿਨ੍ਹਾਂ ਨੇ ਨਾਮ ਨੂੰ ਛੱਡ ਕੇ ਤੇ ਖਾਲੀ ਇਸ਼ਨਾਨ ਨੂੰ ਪਕੜ ਲਿਆ, ਉਹਨਾਂ ਨੂੰ ਕਿਹਾ। ਜਿਨ੍ਹਾਂ ਨੇ ਸ਼ਾਸਤਰਾਂ ਸਿਮਰਤੀਆਂ ਦੀ ਇਹ ਵਿਚਾਰਧਾਰਾ ਵੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਪਾਪ ਉਤਰ ਜਾਂਦੇ ਨੇ, ਜਿਨ੍ਹਾਂ ਨੇ ਇਸ ਗੱਲ ਨੂੰ ਪਕੜ ਲਿਆ ਤੇ ਦੇਹ ਇਸ਼ਨਾਨ ਤੇ ਇਸ਼ਨਾਨ ਕਰਨ ਲੱਗ ਪਏ। ਸਤਿਗੁਰ ਦੇ ਬਚਨ ਨੇ ਨਾ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਤੀਰਥ ਨਹਾ ਕੇ ਕਹਿੰਦੇ ਸਭ ਕੁਝ ਉਤਰ ਗਏ। ਉਹਨਾਂ ਵਾਸਤੇ ਮੇਰੇ ਮਾਲਕ ਨੇ ਕਿਹਾ, ਕਹਿੰਦੇ 13 ਨੰਬਰ ਤੱਕ ਬਿਲਕੁਲ ਬਹੁਤ ਦੂਰ ਹੈ, ਇਹ ਤੇ ਡੱਡੂ ਨਹਾਉਂਦੇ ਨੇ। ਜਿਹੋ ਜੇ ਡੱਡੂ ਉਹ ਜਿਹੋ ਨਰ, ਜਿਹੜੇ ਸਿਰਫ ਇਸ਼ਨਾਨ ਨਾਲ ਜੁੜਦੇ ਨੇ, ਮੇਰੇ ਮਾਲਕ ਨੇ ਉਹਨਾਂ ਨੂੰ ਡੱਡੂ ਕਿਹਾ। ਡੱਡੂ
जैसे मेंढक तैसे ओए नाल। हुण असीं डड्डू बनने वास्ते आए हैं इत्थे? नहीं नहीं नहीं, समझिए आप सुखमनी साहब की बाणी नूं खाली पढ़िए ना, ਆਪਾਂ ਇਹ ਤੋਂ ਸਮਝੀਏ ਤੇ ਕਰਮ ਕਾਂਡਾਂ ਵਿੱਚੋਂ ਨਿਕਲ ਆਈਏ। ਅਸੀਂ ਇੱਕ ਹੋਰ ਉਦਾਹਰਨ ਲਈਏ। ਸਾਰਿਆਂ ਨੇ ਇੱਕ ਖਾਸ ਲਿਬਾਸ ਨਿਯਤ ਕੀਤਾ ਹੈ ਧਰਮ ਦੀ ਦੁਨੀਆ ਦੇ ਵਿੱਚ। ਸਿੱਖ ਧਰਮ ਦੇ ਹੋਣ ਦੇ ਨਾਤੇ ਆਪਾਂ ਕਕਾਰ ਪਹਿਨਦੇ ਆ, ਕਿਰਪਾਨ ਹੈ ਮੇਰੇ ਕੋਲ, ਕੰਗਾ ਹੈ ਮੇਰੇ ਕੋਲ, ਕੜਾ ਹੈ ਮੇਰੇ ਕੋਲ। ਹਿੰਦੂ ਵੀਰਾਂ ਦਾ ਵੀ ਇੱਕ ਆਪਣਾ ਲਿਬਾਸ ਹੈ, ਮੁਸਲਮਾਨ ਵੀਰਾਂ ਨੇ ਵੀ ਆਪਣਾ ਇੱਕ ਲਿਬਾਸ ਪਹਿਨੇ ਹੈ, ਜੋਗੀਆਂ ਕੋਲ ਵੀ ਇੱਕ ਲਿਬਾਸ ਹੈ। ਭਲਾ ਇਹ ਲਿਬਾਸ ਸਾਨੂੰ ਕੀ ਸਿਖਾਏ? ਮੇਰਾ ਕੜਾ ਮੈਨੂੰ ਨਾਮ ਨਾਲ ਜੋੜੇ, ਮੇਰੀ ਕਿਰਪਾਨ ਮੈਨੂੰ ਨਾਮ ਨਾਲ ਜੋੜੇ, ਮੇਰਾ ਕੰਘਾ ਮੈਨੂੰ ਨਾਮ ਨਾਲ ਜੋੜੇ, ਫਿਰ ਤੇ ਬਹੁਤ ਵਧੀਆ ਗੱਲ ਹੈ। ਇਸੇ ਕਰਕੇ ਧਾਰਮਿਕ ਜਗਤ ਦੀ ਜਿਹੜੀ ਡਰੈਸ ਹੈ ਨਾ, ਉਹ ਤੜਕ ਭੜਕ ਵਾਲੀ ਨਹੀਂ ਹੈ, ਉਹ ਸ਼ਾਂਤੀ ਜੀ ਵਾਲੀ ਹੈ, ਤਾਂ ਕਿ ਇਹਦਾ ਮਨ ਸ਼ਾਂਤ ਹੋਵੇ, ਇਹ ਪ੍ਰਭੂ ਦੇ ਨਾਮ ਨਾਲ ਜੁੜੇ। ਹੁਣ ਮੇਰੇ ਵਰਗਾ ਬੰਦਾ ਉੱਪਰ ਕਿਰਪਾਨ ਪਾ ਕੇ ਤੇ ਠੇਕੇ ਦੀ ਦੁਕਾਨ ਤੇ ਜਾ ਵੜੇ, ਕੀ ਭੇਖ ਇਸ ਵਾਸਤੇ ਸੀ? ਅਸੀਂ ਸੋਚਦੇ ਭੇਖ ਧਾਰਨ ਕਰਨ ਦੇ ਨਾਲ ਹੀ ਸਭ ਕੁਝ ਬਣ ਗਿਆ। ਮੇਰੇ ਮਾਲਕ ਨੇ ਭੇਖ ਇਸ ਕਰਕੇ ਦਿੱਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਪਹਿਰਾਵਾ ਇਸ ਕਰਕੇ ਨਿਯਤ ਕੀਤਾ, ਇਹ ਇਹਨੂੰ ਵਾੜ ਦਾ ਕੰਮ ਕਰੇ, ਕੜਾ ਇਹਨੂੰ ਚੇਤੇ ਕਰਾਵੇ, ਤੂੰ ਵਹਿਮਾਂ ਭਰਮਾਂ ਚ ਨਹੀਂ ਫਸਣਾ। ਇਹ ਤੇਰਾ ਮੈਡਲ ਹੈ, ਸਿੱਖਾਂ ਦਾ ਜਿੱਤਿਆ ਹੋਇਆ ਮੈਡਲ ਹੈ। ਇਹ ਜਿਵੇਂ ਆ ਗਿਆ ਸੀਗਾ ਸ਼ਨੀ ਦੇਵਤੇ ਦਾ ਪੁਜਾਰੀ, ਵੀ ਤੁਹਾਡੇ ਉੱਤੇ ਤਾਂ ਸਾੜ ਸਤੀ ਹੈ, ਦਾਨ ਦਿਓ, ਲੋਹਾ ਦਿਓ, ਮਾਂ ਦੀ ਦਾਲ ਦਿਓ, ਸਰੋਂ ਦਾ ਤੇਲ ਦਿਓ, ਤੇ ਸਤਿਗੁਰੂ ਜੀ ਨੇ ਦੇ ਦਿੱਤਾ ਸੀ। ਸਿੱਖਾਂ ਦਾ ਇੱਕ ਟੈਸਟ ਲਿਆ ਸੀ ਵੀ ਇਹ ਉੱਠਦੇ ਕਿ ਨਹੀਂ ਉੱਠਦੇ। ਜੋ ਇਹਨਾਂ ਸਮਝਾਇਆ ਸੀ, ਪੜਾਇਆ ਸੀ, ਉਹ ਅੰਦਰ ਵਸਿਆ ਕਿ ਨਹੀਂ ਵਸਿਆ। ਭਰੇ ਦਰਬਾਰ ਵਿੱਚ ਮੇਰੇ ਮਾਲਕ ਨੇ ਦਿੱਤਾ ਉਹਨੂੰ ਸਭ ਕੁਝ, ਤੇ ਸਿੱਖ ਬੜੇ ਸਿਆਣੇ ਸਮਝ ਗਏ ਇਹ ਉਹਨੂੰ ਸਮਾਨ ਨਹੀਂ ਦਿੱਤਾ ਜਾ ਰਿਹਾ, ਇਹ ਸਾਨੂੰ ਪੇਪਰ ਦਿੱਤਾ ਜਾ ਰਿਹਾ, ਸਾਨੂੰ ਪਰਚਾ ਪਾਇਆ ਜਾ ਰਿਹਾ। ਤੇ ਬਾਹਰ ਜਾ ਕੇ ਉਹਨੂੰ ਘੇਰ ਲਿਆ ਸੀ, ਰੱਖ ਇੱਥੇ ਸਾਰੇ ਦਾ ਸਾਰਾ ਲੋਹਾ, ਰੱਖ ਇੱਥੇ ਸਰੋਂ ਦਾ ਤੇਲ ਰੱਖ, ਮਾਂ ਦੀ ਦਾਤ ਰੱਖ। ਤੇ ਉਹਨੇ ਕਿਹਾ ਸੀ ਇਹਨੂੰ ਸਿਰਫ ਅਸੀਂ ਹਜਮ ਕਰ ਸਕਦੇ ਹਾਂ, ਤੇ ਸਿੱਖਾਂ ਨੇ ਕਿਹਾ ਆਪਾਂ ਤੈਨੂੰ ਵੀ ਹਜਮ ਕਰ ਸਕਦੇ ਹਾਂ, ਦੌੜ ਜਾ ਇੱਥੋਂ ਦੀ, ਤੈਨੂੰ ਪਤਾ ਨਹੀਂ ਹੈ, ਤੂੰ ਗਧੇ ਲੈ ਕੇ ਆਇਆ ਸੀ ਤੇ ਗਧੇ ਲੈ ਕੇ ਚਲੇ ਜਾ, ਉਹੀ ਤੇਰੇ ਨੇ, ਬਾਕੀ ਸਮਾਨ ਇੱਥੇ ਰੱਖ। ਤੇ ਅਗਲੇ ਦਿਨ ਸਿੱਖਾਂ ਨੇ ਉਹ ਲੋਹੇ ਦੇ ਗੋਲ ਗੋਲ ਕੜੇ ਪਾ ਕੇ ਤੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਸੀ। ਮਾਂ ਦੀ ਦਾਲ ਦੇ ਵੜੇ ਬਣਾ ਕੇ ਸਰੋਂ ਦੇ ਤੇਲ ਵਿੱਚ ਤਲ ਕੇ ਤੇ ਲੰਗਰ ਵਰਤਾਇਆ ਸੀ। ਤੇ ਸਤਿਗੁਰੂ ਜੀ ਨੇ ਸ਼ਾਬਾਸ਼ੀ ਦਿੱਤੀ ਸੀ, ਤੁਸੀਂ ਪਾਸ ਹੋ ਗਏ। ਇਹ ਹੁਣ ਕੜਾ ਸਾਨੂੰ ਇਹ ਸਿਖਾਏ। ਹੁਣ ਕੜਾ ਪਾਉਣ ਵਾਲਾ ਵੀ ਜੇ ਵਹਿਮਾਂ ਭਰਮਾਂ ਜੀ ਫਸਿਆ ਰਿਹਾ ਤੇ ਫਿਰ ਕੀ ਸਿੱਖਿਆ ਉਹਨੇ? ਸੋ ਇਸ ਗੱਲ ਨੂੰ ਸਮਝੀਏ, ਜਿਹਨੇ ਇੱਕ ਪਹਿਰਾਵਾ ਬਣਾਇਆ ਸੀ ਇਸ ਕਰਕੇ ਸੀ ਵੀ ਨਾਮ ਨਾਲ ਜੁੜੇ, ਪਰ ਸਾਡੇ ਵਰਗੇ ਬੰਦੇ ਪਹਿਰਾਵੇ ਨਾਲ ਹੀ ਜੁੜ ਗਏ। ਬਸ ਇਹਦੀ ਉਹ ਦਸਤਾਰ ਹੈ, ਇਹਦੀ ਫਲਾਣੀ ਦਸਤਾਰ ਹੈ, ਔਰ ਪਹਿਰਾਵੇ 'ਚ ਤਰੱਕੀ ਵੀ ਬੜੀ ਕੀਤੀ ਹੈ। ਪਹਿਰਾਵੇ ਤਰੱਕੀ ਵੀ ਬੜੀ ਕੀਤੀ ਹੈ, ਢੰਗ ਢੰਗ ਦੀਆਂ ਦਸਤਾਰਾਂ, ਢੰਗ ਢੰਗ ਦੀਆਂ ਕਿਰਪਾਨਾਂ। ਤੇ ਜੇ ਖਾਲੀ ਪਹਿਰਾਵੇ ਨਾਲ ਜੁੜੇ ਰਹੇ, ਨਾਮ ਨਾਲ ਨਹੀਂ ਜੁੜੇ, ਫਿਰ ਸਤਿਗੁਰੂ ਜੀ ਨੂੰ ਇਹ ਬਚਨ ਕਹਿਣੇ ਪਏ। ਸਤਿਗੁਰੂ ਦੇ ਬਚਨ ਨੇ, ਹਜ਼ੂਰ ਕਹਿੰਦੇ ਪੇਖੀ ਹਾਥ ਨਾ ਲੱਭਈ, ਤੀਰਥ ਨਹੀਂ ਦਾਨੇ। ਭੇਖ ਦੇ ਨਾਲ ਰੱਬ ਨਹੀਂ ਉਹ ਲੱਭਦਾ, ਪਹਿਰਾਵੇ ਦੇ ਨਾਲ ਰੱਬ ਨਹੀਂ ਉਹ ਮਿਲਦਾ। ਇਹਦੇ ਨਾਲ ਦੀ ਇੱਕ ਹੋਰ ਪੰਕਤੀ ਹੈ, ਭੇਖੀ ਪ੍ਰਭੂ ਨਾ ਲੱਭਈ, ਵਿਣ ਸੱਚੀ ਸਿੱਖੰ। ਗੱਲ ਤਾਂ ਸੀ ਜੋ ਸਿੱਖਿਆ ਧਾਰਨ ਕਰਨ ਦੀ, ਸੱਚੀ ਸਿੱਖਿਆ ਲੈਣ ਦੀ, ਉਹ ਤਾਂ ਲਈ ਨਹੀਂ। ਭੇਖ ਬੜਾ ਤੂੰ ਪਾ ਲਿਆ, ਇਹਦੇ ਨਾਲ ਨਹੀਂ, ਇਹਦੇ ਨਾਲ ਗੱਲ ਨਹੀਂ ਬਣਨੀ। ਕਿੰਨੇ ਐਸੇ ਬਚਨ ਨੇ, ਹਜ਼ੂਰ ਨੇ ਸਾਫ਼ ਸ਼ਬਦਾਂ ਵਿੱਚ ਇਹ ਗੱਲ ਸਮਝਾਈ ਹੈ ਸਾਨੂੰ। ਤੇ ਅਸੀਂ ਜੇ ਭੇਖ ਨਾਲ ਜੁੜੇ ਰਹੇ, ਉਸੇ ਪੌੜੀ ਤੇ ਅਸੀਂ ਬਹਿ ਗਏ, ਪੌੜੀ ਨੂੰ ਹੀ ਮੰਜ਼ਿਲ ਸਮਝ ਲਿਆ, ਤੇ ਸਤਿਗੁਰੂ ਜੀ ਕਹਿਣਗੇ ਨਾ ਭਾਈ ਨਾਨਕ, ਨਾਮ ਅਮੋਲ, ਅਮੋਲ ਨਾਮ ਹੈ। ਇਹ ਸਹਾਇਤਾ ਕਰਨ ਦੇ ਲਈ ਸੀ,
ਤੇ ਤੂੰ ਤੇ ਨਾਮ ਨੂੰ ਛੱਡ ਕੇ ਹੀ ਪਕੜ ਕੇ ਬਹਿ ਗਿਆ, ਹੋਰ ਕੁਝ ਵੀ ਨਹੀਂ। ਇਸੇ ਤਰ੍ਹਾਂ ਦੀਆਂ ਹੋਰ ਕਿੰਨੀਆਂ ਹੀ ਉਦਾਹਰਨਾਂ ਅਸੀਂ ਲੈ ਸਕਦੇ ਹਾਂ, ਸਮਝਾ ਸਕਦੇ ਹਾਂ ਆਪਣੇ ਮਨ ਨੂੰ। ਆਓ ਇੱਕ ਹੋਰ ਗੱਲ ਸਾਂਝੀ ਕਰੀਏ। ਸਤਿਗੁਰ ਕਹਿੰਦੇ ਰਸ ਕਸ ਖਾਏ, ਰਸ ਕਸ ਖਾਏ ਪਿੰਡ ਵਧਾਏ, ਭੇਖ ਕਰੈ ਗੁਰ ਸ਼ਬਦ ਨਾ ਕਮਾਏ। ਭੇਖ ਤੇ ਕਰਦਾ, ਗੁਰੂ ਦਾ ਸ਼ਬਦ ਨਹੀਂ ਕਮਾਉਂਦਾ। ਇਹਦਾ ਨਹੀਂ ਉਧਾਰ ਹੋਣਾ, ਇਹਦਾ ਨਹੀਂ ਉਧਾਰ ਹੋਣਾ। ਹੋਰ ਬਚਨ ਨੇ ਜਿਹੜੇ ਦੱਸਦੇ ਨੇ ਵੀ ਭੇਖੀ ਇਸ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਮੈਂ ਦੋ ਚਾਰ ਗੱਲਾਂ ਹੋਰ ਵੀ ਕਰਨੀਆਂ ਨੇ ਤਾਂ ਕਿ ਸਮਝ ਸਕੇ ਵੀ ਗੁਰੂ ਸਾਹਿਬ ਨੇ ਕਿਉਂ ਗੱਲ ਸਾਨੂੰ ਸਮਝਾਈ, ਬਹੁਤ ਸ਼ਾਸਤਰ ਬਹੁਤ ਸਿਮਰਤੀ ਕਿਉਂ ਗੱਲ ਕਹੀ। ਭੇਖੇ ਸਰਬ ਢੰਡੋਲ, ਕਿਤੇ ਸਾਡੇ ਵਿੱਚ ਵੀ ਉਹ ਸਾਰਾ ਕੁਝ ਨਾ ਹੋਵੇ ਕਿਤੇ। ਸਤਿਗੁਰੂ ਜੀ ਨੇ ਕਿੰਨੀ ਵਾਰੀ ਇਹ ਗੱਲ ਕਹੀ ਹੈ ਨਾ, ਆਇਓ ਸੁਣਨ ਪੜਨ ਕੋ ਬਾਣੀ। ਕਿਹਾ ਹੈ ਨਾ ਬਾਣੀ ਸੁਣ, ਕਿਹਾ ਹੈ ਨਾ ਬਾਣੀ ਪੜ। ਸੁਣਿਆ ਸਿੱਧ ਪੀਰ ਸੁਰਨਾਥ, ਚਾਰ ਪੌੜੀਆਂ ਹੈ ਸੁਣਨ ਦੇ ਸੰਬੰਧ ਵਿੱਚ ਵੀ। ਤੂੰ ਸੁਣ, ਗੁਰੂ ਦਾ ਬਚਨ ਸੁਣ, ਗੁਰੂ ਦੀ ਬਾਣੀ ਸੁਣ। ਆਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਆ ਨਾ, ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਤੇ ਨਾਲ ਇਹ ਵੀ ਗੱਲ ਕਹੇ ਵੀ ਤੂੰ ਬਾਣੀ ਸੱਤ ਦੀ ਬਾਣੀ ਸੁਣ, ਸੁਣੋ ਸੱਤ ਬਾਣੀ। ਸੁਣਨ ਦੇ ਵਾਸਤੇ, ਪੜਨ ਦੇ ਵਾਸਤੇ ਮੇਰੇ ਮਾਲਕ ਨੇ ਕਿੰਨੀ ਵਾਰੀ ਇਹ ਗੱਲ ਕਹੀ। ਪਰ ਮੇਰੇ ਵਰਗਾ ਬੰਦਾ ਸੁਣਨ ਤੇ ਖੜ ਗਿਆ। ਸੁਣਨਾ ਕਾਹਦੇ ਵਾਸਤੇ ਸੀ? ਤਾਂ ਕਿ ਨਾਮ ਅੰਦਰ ਜਾਵੇ। ਪੜਨਾ ਕਾਹਦੇ ਵਾਸਤੇ ਸੀ? ਤਾਂ ਕਿ ਨਾਮ ਅੰਦਰ ਜਾਵੇ। ਮੇਰੇ ਵਰਗੇ ਬੰਦੇ ਨੇ ਪੜਨ ਦੀਆਂ ਲੜੀਆਂ ਲਗਾਤੀ, 101 ਅਖੰਡ ਪਾਠ ਦੀ ਲੜੀ। ਕਿੰਨੇ ਮਹੀਨੇ ਹੋ ਗਏ ਪੜਦਿਆਂ ਨੂੰ, ਕਿੰਨੇ ਸਾਲ ਹੋ ਗਏ ਪੜਦਿਆਂ ਨੂੰ। ਮੈਂ ਕਹਿੰਦਾ ਪੜਨ ਵਿੱਚ ਰਿਕਾਰਡ ਬਣਾਉਣਾ ਹੋਵੇ, ਜੇ ਗਿਨੀਜ਼ ਬੁੱਕ ਰਿਕਾਰਡ ਤੇ ਸਾਡਾ ਪਹਿਲਾ ਨੰਬਰ ਆਵੇ। ਪੜਦੇ ਤੇ ਪਏ ਆ, ਨਾਮ ਕਿੱਥੇ ਹੈ? ਜੇ ਨਹੀਂ ਨਾ ਤੇ ਫਿਰ ਮੇਰੇ ਮਾਲਕ ਨੇ ਕੰਨ ਵੀ ਖਿੱਚ ਦਿੱਤੇ। ਕਿਆ ਪੜੀਐ, ਕਿਆ ਗੁਨੀਐ, ਕਿਆ ਵੇਦ ਪੁਰਾਣਾ ਸੁਣੀਐ। ਪੜੇ ਸੁਣੇ ਕਿਆ ਹੋਈ? ਪੜਨਾ ਇਸ ਕਰਕੇ ਸੀ ਆਪਾਂ ਸਹਿਜ ਤੱਕ ਪਹੁੰਚ ਸਕੀਏ, ਨਾਮ ਤੱਕ ਪਹੁੰਚ ਸਕੀਏ। ਅਸੀਂ ਪੜਨ ਲਈ ਬੜਾ ਕੁਝ ਬਣਾ ਲਿਆ। ਮੈਂ ਜੀ ਇੱਕ ਦਿਨ ਦੇ ਵਿੱਚ 10 ਜਪਜੀ ਸਾਹਿਬ ਦੇ ਪਾਠ ਕਰਨੇ ਆ। ਫਲਾਣੇ ਇਸ ਕਰਕੇ ਵੱਡੇ ਸਨ ਵੀ ਉਹ ਇੱਕ ਦਿਨ ਚ ਇੰਨੇ ਗਿਣਤੀ ਦੇ ਪਾਠ ਕਰਦੇ ਸਨ। ਅਸੀਂ ਗਿਣਤੀ ਨਾਲ ਹੀ ਜੁੜ ਗਏ, ਅਸੀਂ ਕੁਆਲਿਟੀ ਭੁੱਲ ਹੀ ਗਏ। ਬਾਣੀ ਪੜ੍ਹਨੀ ਇਸ ਕਰਕੇ ਹੈ, ਉਹ ਚ ਪ੍ਰਭੂ ਦੇ ਕੋਈ ਗੁਣ ਦੱਸੇ ਹੈ, ਉਹਨੂੰ ਸਮਝ ਕੇ ਆਪਣੇ ਜੀਵਨ ਚ ਅਪਣਾਉਣ ਵਾਸਤੇ। ਭਗਤ ਜਨਾ ਕੇ ਮਨ ਵਿਸ਼ਰਾਮ ਜਿਹੜੇ ਹੋਣਗੇ ਨਾ, ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਵਾਸਤੇ। ਉਹ ਤੇ ਕੀਤਾ ਹੀ ਨਹੀਂ। ਅਸੀਂ ਸਪੀਡ ਵਧਾ ਦਿੱਤੀ ਆਪਣੀ, ਕਿਉਂਕਿ 5 ਕਰਨੇ ਆ ਜੀ। ਸਪੀਡ ਵਧਾਤੀ, ਆਪਾਂ 40 ਕਰਨੇ ਹੈਗੇ ਜੀ। ਆਹ ਬਾਣੀ 40 ਵਾਰੀ ਪੜ੍ਹਨੀ ਹੈ। ਤੇ ਸਤਿਗੁਰੂ ਜੀ ਨੂੰ ਫਿਰ ਕਹਿਣਾ ਪਿਆ ਨਾ, ਕਹਿਣ ਲੱਗੇ ਜਿਨ੍ਹਾਂ ਸ਼ਾਸਤਰਾਂ ਨੇ ਤੁਹਾਨੂੰ ਸਮਝਾ ਦਿੱਤਾ ਨਾ ਵੀ ਇਸ ਢੰਗ ਦੇ ਨਾਲ ਬਹੁਤਾ ਪੜੋ, ਬਹੁਤਾ ਪੜੋ, ਇਹ ਨਹੀਂ, ਇਹ ਗਲਤ ਹੈ ਕੰਮ। ਪੂਜਸਨਾ ਹੀ ਹਰ ਹਰੇ। ਇਹ ਜਿਹਾ ਕਰਮ ਕਾਂਡ ਰੱਬ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਨਾਮ ਤੇ ਅਮੋਲਕ ਹੈ। ਨਾਮ ਨੂੰ ਸਮਝੋ, ਕਿਤੇ ਕਰਮ ਕਾਂਡ ਹੀ ਨਾ ਕਰ ਲੱਗ ਪਈਏ। ਲੋ ਸਤਿਗੁਰ ਦੇ ਬਚਨ ਨੇ, ਸੁਣੀਏ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਊਤਮ ਬਾਣੀ। ਗਾਉਣ ਦੀ ਗੱਲ ਹੀ ਸੀ ਨਾ, ਤੇ ਸਤਿਗੁਰੂ ਨੇ ਕਹਿਤਾ ਵੀ ਸਾਰੇ ਆਉਂਦੇ ਨੇ ਤੇ ਗਾਉਂਦੇ ਵੀ ਨੇ, ਪਰ ਥਾਂ ਕਿਹਨਾਂ ਦਾ ਪੈਂਦਾ ਹੈ, ਪ੍ਰਵਾਨਗੀ ਕਿਹਨਾਂ ਨੂੰ ਮਿਲਦੀ ਹੈ? ਇਹ ਗੱਲ ਸਮਝਣ ਦੀ ਲੋੜ ਹੈ ਵੀ ਸਾਡਾ ਗਾਇਆ ਪ੍ਰਵਾਨ ਹੋ ਰਿਹਾ ਕਿ ਨਹੀਂ, ਸਾਡਾ ਸੁਣਿਆ ਪ੍ਰਵਾਨ ਹੋ ਰਿਹਾ ਕਿ ਨਹੀਂ। ਸਤਿਗੁਰ ਦੇ ਕਲੀਅਰ ਬਚਨ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਤਿਨਾਂ ਦਾ ਹਰੀ ਥਾਂ ਤੇ ਪਾਉਂਦਾ, ਭਾਵ ਕਬੂਲ ਕਰਦਾ, ਉਹਨਾਂ ਦਾ ਲੇਖੇ ਲੱਗਦਾ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇੱਥੋਂ ਸਾਡਾ ਵਿਸਲਾ ਬਣਦਾ।
ਧਰਮ ਦੀ ਦੁਨੀਆ ਵਿੱਚ ਜਿੰਨਾ ਪੜ੍ਹਨ ਤੇ ਜ਼ੋਰ ਹੈ ਨਾ, ਉਹਨਾਂ ਮੰਨਣ ਤੇ ਜ਼ੋਰ ਨਹੀਂ ਹੈ। ਕਈਆਂ ਨੇ ਕੰਨਾਂ ਦੇ ਵਿੱਚ ਲਗਾ ਕੇ ਅੱਜ ਕੱਲ੍ਹ ਸਾਧਨ ਮਿਲ ਗਏ ਨੇ, ਹੈਡਫੋਨ ਵਗੈਰਾ, ਅਸੀਂ ਜੀ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਜਾਂ ਸ਼ਬਦ ਕੋਈ ਨਾ ਕੋਈ ਆਪਾਂ ਲਗਾਈ ਰੱਖਦੇ ਹਾਂ, ਚੰਗੀ ਗੱਲ ਹੈ। ਜੇ ਉਹਦੇ ਰਾਹੀਂ ਨਾਮ ਅੰਦਰ ਜਾ ਰਿਹਾ, ਤਾਂ ਰੱਬ ਦੇ ਗੁਣ ਅੰਦਰ ਜਾ ਰਹੇ ਹੈ, ਤਾਂ ਜੇ ਇੱਕ ਕਰਮ ਕਾਂਡ ਹੀ ਹੈ ਫਿਰ ਕੋਈ ਲਾਭ ਨਹੀਂ, ਫਿਰ ਕੋਈ ਲਾਭ ਨਹੀਂ। ਗਿਣਤੀਆਂ ਨਾ ਵਧਾਈਏ, ਮਾਲਾ ਤੇ ਅਸੀਂ ਬਹੁਤ ਵੱਡੀ ਕਰ ਲਈ, 18 ਮਣਕਿਆਂ ਦੀ, 28 ਮਣਕਿਆਂ ਦੀ, 108 ਮਣਕਿਆਂ ਦੀ ਗਿਣਤੀ ਤੇ ਬਹੁਤ ਵਧਾ ਲਈ। ਕੁਆਲਿਟੀ ਪ੍ਰਭੂ ਦਾ ਨਾਮ, ਇਹੀ ਕੁਝ ਲਿਖਿਆ ਸ਼ਾਸਤਰਾਂ ਸਿਮਰਤੀਆਂ ਦੇ ਵਿੱਚ, ਇਸ ਢੰਗ ਨਾਲ ਜਪੋ ਜੀ, ਉਸ ਢੰਗ ਨਾਲ ਜਪੋ, ਢੰਗ ਹੀ ਮੇਨ ਕਰ ਦਿੱਤਾ। ਪ੍ਰਭੂ ਦਾ ਨਾਮ ਲੁਪਤ ਹੀ ਹੋ ਗਿਆ, ਲੋਕ ਢੰਗਾਂ ਨਾਲ ਹੀ ਜੁੜ ਗਏ। ਮੈਨੂੰ ਯਾਦ ਹੈ, ਮੈਂ ਕਿਸ ਦੇ ਘਰ ਗਿਆ ਤੇ ਉਹ ਸੋਫੇ ਤੇ ਪੁੱਠਾ ਬੈਠ ਕੇ ਪਾਠ ਕਰ ਰਿਹਾ। ਭਾਵਤ ਸੋਫੇ ਦੀ ਜਿਹੜੀ ਪਿੱਛੇ ਢੋ ਸੀ ਨਾ, ਉਹਦੇ ਵੱਲ ਮੂੰਹ ਕੀਤਾ ਹੋਇਆ, ਤੇ ਮੈਂ ਬੜਾ ਹੈਰਾਨ ਵੀ ਇਹ ਸੋਫੇ ਦੇ ਉੱਤੇ ਪੁੱਠਾ ਕਿਉਂ ਬਹਿ ਗਿਆ। ਤੇ ਸੋਚਿਆ ਵੀ ਚਲ ਬੱਚੇ ਵਗੈਰਾ ਤੰਗ ਕਰਦੇ ਹੋਣਗੇ ਸ਼ਾਇਦ, ਤਾਂ ਹੀ ਉਧਰ ਮੂੰਹ ਕਰ ਲਿਆ। ਬਾਅਦ ਵਿੱਚ ਗੱਲ ਪਤਾ ਲੱਗੀ, ਜੀ ਇਹ ਦੇਖੋ ਜੀ ਗੁਟਕਾ ਸਾਹਿਬ ਮੈਨੂੰ ਮਿਲਿਆ, ਇਹਦੇ ਚ ਲਿਖਿਆ ਵੀ ਜਿੱਧਰ ਪਹਾੜ ਨੇ ਉਹਦੇ ਵੱਲ ਮੂੰਹ ਕਰਕੇ ਬਾਣੀ ਪੜੋ ਤੇ ਲਾਭ ਮਿਲਦਾ ਹੈ, ਤੇ ਸਾਡੇ ਪਹਾੜ ਇੱਧਰ ਨੇ ਤਾਂ ਮੈਂ ਮੂੰਹ ਇੱਧਰ ਨੂੰ ਕੀਤਾ ਸੀ। ਇਹਦਾ ਮਤਲਬ ਅਸੀਂ ਪ੍ਰਭੂ ਦੀ ਬਾਣੀ ਨੂੰ ਸੁੱਖ ਦੇਣ ਵਾਲਾ ਨਹੀਂ ਸਮਝਿਆ, ਇੱਕ ਖਾਸ ਢੰਗ ਦੇ ਨਾਲ ਮੂੰਹ ਇੱਧਰ ਉੱਧਰ ਕਰਨ ਦੇ ਨਾਲ ਸਾਨੂੰ ਕੁਝ ਮਿਲਿਆ, ਅਸੀਂ ਉਹਨੂੰ ਮੰਨ ਲਿਆ। ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਇਹੋ ਜੀ ਪੁੱਠੀ ਮੱਤ ਜਿਨ੍ਹਾਂ ਤੋਂ ਅਸੀਂ ਗ੍ਰਹਿਣ ਕੀਤੀ ਹੈ ਨਾ, ਭਾਵੇਂ ਕੋਈ ਗ੍ਰੰਥ ਹੋਵੇ, ਭਾਵੇਂ ਕੋਈ ਜਿਹਨੂੰ ਅਸੀਂ ਵੱਡਾ ਵਡੇਰਾ ਕਹੀ ਜਾਂਦੇ ਆ, ਉਹ ਹੋਣ, ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਇਹ ਸਾਰਾ ਕੁਝ ਗਲਤ ਹੈ, ਛੱਡੋ ਇਸ ਨੂੰ। ਨਾਮ ਹੀ ਅਮੋਲ ਹੈ, ਉਹਦੇ ਨਾਲ ਆਪਾਂ ਸਾਂਝ ਪਾਈਏ। ਹੁਣ ਇੱਕ ਅਗਲੀ ਗੱਲ, ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਭਾਵ ਦਰਸ਼ਨ ਕਰ, ਦਰਸ਼ਨ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹ ਹੈ ਨਾ, ਅਸੀਂ ਦਰਸ਼ਨ ਕਰਨੇ ਆ। ਹਰ ਦਰਸ਼ਨ ਕੋ ਮਨ ਲੋਚਦਾ, ਇਹਦਾ ਮਤਲਬ ਕੀ ਹੈ? ਸਾਡਾ ਮਨ ਵੀ ਦਰਸ਼ਨਾਂ ਲਈ ਲੋਚੇ, ਦਰਸ਼ਨ ਕਰਨੇ ਚਾਹੀਦੇ ਹਨ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਉਹ ਵੇਲਾ ਧੰਤਾ ਦੇ ਯੋਗ ਹੈ ਜਦੋਂ ਆਪਾਂ ਦਰਸ਼ਨ ਕਰਨੇ ਹਨ। ਦਰਸ਼ਨ ਦੀ ਬੜੀ ਮਹੱਤਤਾ ਹੈ, ਗੁਰੂ ਦੇ ਦਰਸ਼ਨ ਦੀ ਬੜੀ ਮਹੱਤਤਾ ਹੈ। ਭਲਾ ਕਿਉਂ ਮਹੱਤਤਾ ਹੈ? ਗੁਰੂ ਕੋਲ ਜਾਏਗਾ, ਗੁਰੂ ਤੈਨੂੰ ਪ੍ਰਭੂ ਦਾ ਨਾਮ ਦੇਗਾ, ਪ੍ਰਭੂ ਦੇ ਗੁਣਾਂ ਦੀ ਸਾਂਝ ਪਾਏਗਾ ਤੇ ਤੂੰ ਗੁਣ ਲੈ ਲੇਗਾ, ਇਸ ਕਰਕੇ ਮਹੱਤਤਾ ਹੈ। ਗੁਰੂ ਦੇ ਦਰਸ਼ਨ ਕਰਨ ਦੀ ਮਹੱਤਤਾ ਕਿਉਂ ਹੈ ਭਲਾ? ਕਿ ਗੁਰੂ ਨੇ ਸਾਨੂੰ ਜਿਹੜਾ ਭੋਜਨ ਦੇਣਾ ਹੈ ਨਾ, ਉਹ ਪ੍ਰਭੂ ਦੇ ਨਾਮ ਦਾ ਦੇਣਾ ਹੈ। ਹੁਣ ਮੇਰੇ ਵਰਗਾ ਬੰਦਾ ਭੋਜਨ ਤਾਂ ਲਵੇ ਨਾ, ਇਹ ਕਵੇ ਜੀ ਆਪਾਂ ਦਰਸ਼ਨ ਤੇ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਮੈਂ ਸਵੇਰੇ ਵੀ ਮੱਥਾ ਟੇਕਦਾ, ਮੈਂ ਸ਼ਾਮ ਨੂੰ ਵੀ ਮੱਥਾ ਟੇਕਦਾ, ਸਾਰਾ ਦਿਨ ਕਰਦਾ ਮੈਂ ਉਹ ਆ ਜੋ ਮੇਰਾ ਮਨ ਕਹਿੰਦਾ। ਹੁਣ ਸਵਾਲ ਖੜਾ ਹੋ ਗਿਆ, ਇਹੀ ਹੈ ਨਾ ਅੱਜ ਕੱਲ ਦੀ ਨੌਜਵਾਨ ਦੀ ਪੀੜ੍ਹੀ ਕਿਉਂ ਇਹ ਸਵਾਲ ਕਰਦੀ ਹੈ, ਕੀ ਲਾਭ ਹੈ ਜੀ ਇਹਦਾ, ਤੁਹਾਡੇ ਜੀਵਨ 'ਚ ਕੀ ਫਰਕ ਪੈ ਗਿਆ? ਅੱਜ ਇਹਨੂੰ ਸਮਝੀਏ। ਅਸੀਂ ਉਹਨਾਂ ਦੇ ਮੂੰਹ ਵਿੱਚ ਇਹ ਸ਼ਬਦ ਕਿਉਂ ਪਾਏ ਕਿ ਸਾਡੀ ਘਾਟ ਤੇ ਨਹੀਂ, ਸਾਨੂੰ ਦੇਖਿਆ ਉਹਨਾਂ ਨੇ। ਆਪਾਂ ਸਵੇਰੇ ਵੀ ਮੱਥਾ ਟੇਕਦੇ ਹਾਂ, ਇੱਕ ਪਿਤਾ ਸਵੇਰੇ ਵੀ ਮੱਥਾ ਟੇਕਦਾ ਪੁੱਤ ਦੇ ਨਾਲ, ਸ਼ਾਮ ਨੂੰ ਵੀ ਮੱਥਾ ਟੇਕਦਾ ਤੇ ਦੁਕਾਨ ਤੇ ਬੈਠ ਕੇ ਹੀਰਾ ਫੇਰੀਆਂ ਕਰਦਾ ਪੁੱਤ ਦੇ ਨਾਲ ਹੀ। ਜਿਹੜਾ ਬੰਦਾ ਖਾਲੀ ਦਰਸ਼ਨ ਤੇ ਰੁਕ ਗਿਆ, ਨਾਮ ਨਾ ਲੈ ਸਕਿਆ, ਹੁਣ ਪਾਵਨ ਬਚਨ ਨੇ ਫਿਰ ਉਹਦੇ ਕੰਨ ਖਿੱਚ ਦਿੱਤੇ। ਸਤਿਗੁਰੂ ਨੇ ਸਾਫ਼ ਸਪਸ਼ਟ ਕਹਿ ਦਿੱਤਾ, ਤੂੰ ਗੁਰੂ ਨੂੰ ਦੇਖ ਭਾਵੇਂ ਨਾ ਦੇਖ, ਤੈਨੂੰ ਕੋਈ ਲਾਭ ਨਹੀਂ ਮਿਲਣਾ ਜੇ ਤੇਰੇ ਕੋਲ ਨਾਮ ਨਹੀਂ ਹੈ। ਤੇ ਤੂੰ ਅਮੋਲ ਤਾਂ ਹੋਏਗਾ ਜੇ ਨਾਮ ਆਏਗਾ ਤੇਰੇ ਕੋਲ, ਨਹੀਂ ਤੇ ਤੂੰ ਬੇਕਾਰ ਹੀ ਹੈ। ਮੈਂ ਨਹੀਂ ਕਹਿੰਦਾ, ਸਤਿਗੁਰੂ ਦੇ ਬਚਨ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਹੁਣ ਸਭ ਕੋ ਦੇ ਵਿੱਚ ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ, ਸਾਰੇ ਹੀ ਦੇਖਦਾ, ਸਾਰਾ ਸੰਸਾਰ ਹੀ ਦੇਖਦਾ ਹੈ। ਪਰ ਅੱਗੇ ਦੇਖੋ ਬਿਲਕੁਲ ਸਪਸ਼ਟ ਕਰ ਦਿੱਤਾ, ਦੇਖਣਾ ਸੀ ਨਾਮ ਲੈਣ ਵਾਸਤੇ, ਆਪਾਂ ਨਾਮ ਲਿਆ ਨਹੀਂ, ਦੇਖਣ ਤੇ ਜ਼ੋਰ ਲਾਤਾ ਸੀ ਲੋਕਾਂ ਨੇ।
मैनू माफ करना, मेरे वर्गा बंदा, हुण कुछ गल हो सकती है कई कौड़ी लग जाए, मेरे वर्गा बंदा दरबार साहिब जांदा है, उत्थे होर भी कई थावां ते प्रकाश होए पे, उत्थे तो मत्था नहीं टेकदा, पर हरमंदर साहिब विच मत्था टेकण लई ਉਹ 2 घंटे भी लाइन च खड़दा है। ਹੁਣ ਸਵਾਲ ਪੈਦਾ ਕਰੀਏ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਹਰ ਪ੍ਰਕਰਮਾਂ ਚ ਕਿਸੇ ਕਿਸੇ ਥਾਂ ਤੇ ਪ੍ਰਕਾਸ਼ਮਾਨ ਨੇ, ਕਿ ਉੱਥੇ ਉਨੇ ਪਿਆਰ ਨਾਲ ਮੱਥਾ ਨਹੀਂ ਟੇਕਣਾ ਚਾਹੀਦਾ? ਆਪਣੇ ਪਿੰਡ ਦੇ, ਆਪਣੇ ਸ਼ਹਿਰ ਦੇ, ਆਪਣੇ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਤੱਕ ਮੱਥਾ ਨਹੀਂ ਟੇਕਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉੱਥੇ ਵੀ ਪਾਲਕੀ ਸਾਹਿਬ ਹੈਗੀ ਹੈ, ਉੱਥੇ ਵੀ ਪਾਲਕੀ ਹੈਗੀ ਹੈ, ਪਰ ਦਰਬਾਰ ਸਾਹਿਬ ਦੀ ਪਾਲਕੀ ਨੂੰ ਹੀ ਕਈ ਮੱਥਾ ਟੇਕਦੇ, ਹੱਥ ਲਾ ਲਾ ਕੇ ਸੋਚਦੇ ਵੀ ਹਾਂ ਮੈਨੂੰ ਹੁਣ ਮੈਨੂੰ ਲਾਭ ਹੋ ਗਿਆ ਇਸ ਚੀਜ਼ ਦਾ। ਹੁਣ ਸੋਚ ਕੇ ਵੇਖੀਏ ਵੀ ਕੀ ਅਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚ ਹੀ ਵੰਡੀਆਂ ਤਾਂ ਨਹੀਂ ਪਾ ਰਹੇ ਵੀ ਕਿਸੇ ਖਾਸ ਥਾਂ ਦੇ ਉੱਤੇ ਜ਼ਿਆਦਾ ਪਵਿੱਤਰ ਹੈ ਤੇ ਕਿਸੇ ਆਮ ਥਾਂ ਤੇ ਆਮ ਹੀ ਹੈਗਾ। ਇਹ ਵੀ ਕਰਮਕਾਂਡ ਰੂਪ ਵਿੱਚ ਹੀ ਹੈ। ਜੋ ਸਾਡੇ ਪਿੰਡ ਸ਼ਹਿਰ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉੱਥੇ ਵੀ ਪੂਰਨ ਸਤਿਕਾਰ ਸਾਡੇ ਮਨ 'ਚ ਹੋਣਾ ਚਾਹੀਦਾ, ਉੱਥੇ ਵੀ ਸਾਡਾ ਅਦਬ ਜਿਹੜਾ ਹੈਗਾ ਉਨਾ ਹੀ ਹੋਣਾ ਚਾਹੀਦਾ। नहीं तो सतगुर के स्पष्ट वचन ने, कहने लगे डिठै मुक्त ना होवई, जिचर शब्द ना करे विचार। गुरु दे शब्द राही जद तक ये विचार नहीं करता उदों तक मुक्ति नहीं है। हुण इस गल नूं समझे, गुरु दे शब्द राही असीं विचार करनी है, असीं गल नूं समझना समझाउणा, आप भी समझना, दूजिआं नूं भी इस गल दे नाल जोड़ना है। ਹੁਣ ਸਾਡੀ ਹਾਲਤ ਇਹ ਹੈ, ਅਸੀਂ ਨਾਮ ਨੂੰ ਛੱਡੀ ਫਿਰਦੇ ਹਾਂ, ਕਰਮ ਕਾਂਡਾਂ ਨੂੰ ਅਸੀਂ ਪਕੜੀ ਫਿਰਦੇ ਹਾਂ। ਇੱਕ ਹੋਰ ਉਦਾਹਰਨ ਅਸੀਂ ਆਪਣੇ ਸਾਹਮਣੇ ਰੱਖੀਏ। ਉਸ ਤੋਂ ਪਹਿਲਾਂ ਮੈਨੂੰ ਇੱਕ ਸਾਖੀ ਚੇਤੇ ਆ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਵਾਲੀ ਸਾਖੀ। ਆਨੰਦਪੁਰੀ ਵਿਖੇ, ਆਨੰਦਪੁਰ ਸਾਹਿਬ ਵਿਖੇ ਸ਼ਾਮ ਨੂੰ ਸਿੱਖ ਇਕੱਠੇ ਹੋ ਕੇ, ਕਿਉਂਕਿ ਚੌਂਕੀ ਦੀ ਪ੍ਰਥਾ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ, ਇਕੱਠੇ ਹੋ ਕੇ ਤੇ ਕੀਰਤਨ ਕਰਦੇ ਸਨ ਢੋਲਕੀਆਂ ਦਾ। ਉੱਥੇ 4-5 ਸ਼ਰੀਰ ਆਏ ਕਿਸੇ ਖਾਸ ਇਲਾਕੇ ਤੋਂ। ਉਹਨਾਂ ਵਿੱਚੋਂ ਅੱਜ ਇੱਕ ਨੇ ਸ਼ਬਦ ਪੜਿਆ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। बड़े प्यार नाल, बड़ी मिठी आवाज दे विच बड़ा आनंद वधिया। जी करे कि इन्हां कोल एक होर शब्द पढ़ाइए। उन्होंने होर शब्द भी पढ़िया, हो रह ना सकां बिन देखे प्रीतमा। बड़े वैराग भरे शब्द पढ़े, और पढ़दियां पढ़दियां कई बार अखां विच हंझू भी आए, बड़ा आनंद आया। अगला दिन आया, ਉਹਨਾਂ ਦੇ ਨਾਲ ਜਿਹੜੇ ਦੂਸਰੇ ਸਾਥੀ ਆਏ ਸਨ, ਅੱਜ ਉਹਨਾਂ ਨੇ ਪੜਿਆ। ਉਹਨਾਂ ਨੇ ਵੀ ਸ਼ਬਦ ਪੜੇ, ਬੜੇ ਪਿਆਰੇ ਪਿਆਰੇ, ਭਾਵਨਾ ਵਾਲੇ, ਵਿਰਾਗਮਈ ਹੋ ਕੇ। ਕਹਿਣ ਦਾ ਮਤਲਬ ਬੜਾ ਆਨੰਦ ਬਣਿਆ ਹੋਇਆ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਮਾਈ ਮਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਸ਼ਬਦਾਂ ਦੀ ਐਸੀ ਚੋਣ ਵੀ ਗੁਰੂ ਦਾ ਪਿਆਰ ਉਹਦੇ ਚ ਝਲਕੇ। ਤੇ ਗੁਰੂ ਸਾਹਿਬ ਜੀ ਦੇ ਕੋਲ ਸਿੱਖ ਬੈਠੇ ਗੱਲ ਕਰਦੇ, ਇੱਕ ਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਵੀ ਆਨੰਦਪੁਰੀ ਵਿੱਚ ਇੰਨਾ ਆਨੰਦ ਵੱਜਾ ਪਿਆ ਨਾ, ਮੈਂ ਦੱਸ ਨਹੀਂ ਸਕਦਾ। ਆ ਜਿਹੜੇ 5 ਵੀਰ ਆਏ ਨੇ, ਇਹਨਾਂ ਨੇ ਤੇ ਆਨੰਦ ਵਿੱਚ ਬਹੁਤ ਹੀ ਵਾਧਾ ਕਰ ਦਿੱਤਾ। ਜਦੋਂ ਇਹ ਸ਼ਬਦ ਪੜ੍ਹਦੇ ਨੇ, ਇਹਨਾਂ ਦੀਆਂ ਅੱਖਾਂ ਵੀ ਭਿੱਜਦੀਆਂ ਨੇ, ਸੰਗਤਾਂ ਦੀਆਂ ਅੱਖਾਂ ਵੀ ਭਿੱਜ ਜਾਂਦੀਆਂ ਨੇ ਇੰਨੇ ਪਿਆਰ ਵਿੱਚ। ਕਿ ਸਤਿਗੁਰੂ ਜੀ ਕਹਿਣ ਲੱਗੇ, ਫਿਰ ਇਹ ਆਨੰਦ ਤੇ ਖਤਮ ਨਹੀਂ ਹੋਣਾ ਚਾਹੀਦਾ, ਮੈਂ ਕੁਝ ਕਰਦਾ। ਸੇਵਾਦਾਰ ਨੂੰ ਬੁਲਾਇਆ ਤੇ ਕਹਿ ਦਿੱਤਾ ਵੀ ਜਦੋਂ ਤੱਕ ਸਾਡੀ ਆਗਿਆ ਨਾ ਹੋਵੇ
आनंदपुर साहब तो कोई बंदा बाहर नहीं जाएगा, मनाही है, पहरे लगा दिते। एक दिन लंघिया, 2 दिन लंघे, 3 दिन लगे, 4 दिन लंघे, गल्लां होनियां शुरू हो गई। हुण 5 आए सन, वो भी आपस च गल्लां करदे ने भी इत्थे फस गए, आ गए इत्थे, घर दी याद आउण लग पई। असीं ते इन्ने क दिनां दा सोच के आए सां, इत्थे ते किन्ने दिन हो गए। फिर ये भी गल शुरू हो गई, किहों जी गल हो गई, ये गुरु साहब जी ने की कर दिता भी साडे भी बाल बच्चे हैगे ने, साडी भी कोई दुकानदारी हैगी है, सानूं ते घाटा पै जाएगा। पर हिम्मत ना होवे अगों कहण दी। पर चेते रखना, मनुख दा मन बड़ा शैतान है। जदों चलाकियां ते आए, चतुराइयां ते आए ना, वो फिर सब हद्दां पार कर दिंदा है। आपस च वियोंत बना लई इन्हां ने भी आपां कोई ढंग तरीका लभदे आ जाण दा। ते एक नुकता विचों कढिया, कहण लगे जे साडे विच कोई मर जाए ना, जे मर जाएगा ਉਹਦੇ ਧੀਆਂ ਪੁੱਤਰ ਨੇ, ਉਹਨੂੰ ਤੇ ਜਾਣ ਦਿੱਤਾ ਜਾਏਗਾ ਨਾ, ਉਹਦੇ ਮ੍ਰਿਤਕ ਸਰੀਰ ਨੂੰ ਜਾਣ ਦਿੱਤਾ ਜਾਏਗਾ। ਤੇ ਮਰੇ ਕੌਣ? ਕਹਿਣ ਲੱਗੇ ਮਰਨਾ ਨਹੀਂ ਹੈ, ਨਾਟਕ ਕਰਨਾ ਹੈ। ਤੇ ਇਹ ਕਹਿਣ ਲੱਗਾ ਫਿਰ ਨਾਟਕ ਦੇ ਤੂੰ ਹੀ ਉਹ ਕਰ ਸਕਦਾ ਹੈ, ਕਿਉਂਕਿ ਜੋ ਤੂੰ ਸ਼ਬਦ ਪੜ੍ਹਦਾ ਸੀ ਤੇਰੀਆਂ ਅੱਖਾਂ 'ਚੋਂ ਜ਼ਿਆਦਾ ਹੰਝੂ ਡਿੱਗਦੇ ਸੀ। ਹੁਣ ਤਾਂ ਨੈਗੇਟਿਵ ਨਾ ਸਮਝਣਾ, ਬੜੇ ਧਿਆਨ ਨਾਲ ਸਮਝਣਾ। ਸਾਡੇ ਵਰਗਿਆਂ ਦੀ ਹਾਲਤ ਹੈ, ਅੱਖਾਂ ਮੀਟ ਕੇ ਅਸੀਂ ਬਹੁਤ ਸ਼ਬਦ ਪੜ੍ਹ ਲੈਂਦੇ ਹਾਂ। ਹੁਣ ਤੇ ਆਪਸ 'ਚ ਪਤਾ ਲੱਗ ਗਿਆ ਨਾ ਵੀ ਅੰਦਰਲੇ ਭਾਵ ਕਿਹੋ ਜਿਹੇ, ਕਿੰਨਾ ਕੁ ਪਿਆਰ ਹੈ। ਕਹਿਣ ਲੱਗੇ ਤੂੰ ਕਰ ਸਕਦਾ ਹੈ। ਖੈਰ ਮਨਾ ਕੇ ਕਹਿੰਦੇ ਇੱਕ ਨੂੰ ਲਟਾ ਦਿੱਤਾ, ਚਾਰਾਂ ਨੇ ਚੁੱਕ ਲਿਆ ਵੀ ਆਪਾਂ ਪੰਜੇ ਬਾਹਰ ਹੋ ਜਾਵਾਂਗੇ। 4 ਚੁੱਕਣ ਵਾਲੇ ਤੇ ਕਿਹੜਾ ਚੜਾਈ ਕੀਤਾ। ਤੇ ਕਈ ਤੇ ਸਾਖੀਕਾਰ ਲਿਖਦੇ ਨੇ, ਕਹਿੰਦੇ ਹਲੇ ਵੀ ਨਹੀਂ ਹਟੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਤੇ ਇੱਕ ਭਜਦਾ ਭਜਦਾ ਗੁਰੂ ਸਾਹਿਬ ਜੀ ਕੋਲ ਗਿਆ ਕਿ ਸੱਚੇ ਪਾਤਸ਼ਾਹ, ਉਹ ਪਿਆਰ ਵਿੱਚ ਸ਼ਬਦ ਪੜਨ ਵਾਲਾ, ਗੁਰੂ ਗੁਰੂ ਕਰਨ ਵਾਲਾ, ਤੇਰੇ ਦਰਸ਼ਨਾਂ ਦੀ ਚਾਹਨਾ ਰੱਖਣ ਵਾਲਾ, ਤੇਰੇ ਮਿਲਾਪ ਦੇ ਮਿੱਠੇ ਮਿੱਠੇ ਸ਼ਬਦ ਪੜਨ ਵਾਲਾ, ਆਨੰਦਪੁਰੀ ਵਿੱਚ ਆਨੰਦ ਬਖੇਰਨ ਵਾਲਾ ਦਾਤਿਆ ਤੁਰ ਗਿਆ ਹੀ। ਤੇ ਉਹਦੇ ਸਾਥੀ ਨੂੰ ਲੈ ਕੇ ਚੱਲੇ। ਹਜ਼ੂਰ ਮੁਸਕਰਾਏ ਤੇ ਆਪ ਵੀ ਪਹੁੰਚ ਗਏ ਉੱਥੇ। ਸਤਿਗੁਰੂ ਜੀ ਕਹਿਣ ਲੱਗੇ ਇਹ ਤੇ ਸਾਡਾ ਬੜਾ ਪਿਆਰਾ ਸੀ, ਇਹ ਤੇ ਸਾਡੇ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਸੀ ਰਹਿਣਾ ਚਾਹੁੰਦਾ। ਇਹ ਤਾਂ ਹਮੇਸ਼ਾ ਕਹਿੰਦਾ ਸੀ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵੀ ਆਪਣੇ ਪਿਆਰੇ ਨੂੰ ਅਸੀਂ ਆਪਣੇ ਹੱਥਾਂ ਦੇ ਨਾਲ ਹੀ ਵਿਦਾ ਕਰਾਂਗੇ, ਆਨੰਦਪੁਰੀ ਵਿੱਚ ਇਹਦਾ ਸੰਸਕਾਰ ਹੋਏਗਾ। ਹੁਣ ਅੰਦਰ ਪਿਆ ਉਹ ਤੇ ਉੱਠਿਆ ਹੀ ਹੋਇਆ ਨਾ, ਉਹ ਸੋਚਦਾ ਵੀ ਇਹ ਕੀ ਹੋ ਗਿਆ, ਪਰ ਸੋਚਦਾ ਵੀ ਨਾ ਚਾਰਾਂ ਨੂੰ ਤਾਂ ਪਤਾ ਹੈ ਮੈਂ ਮਰਿਆ ਨਹੀਂ, ਕੁਝ ਨਾ ਕੁਝ ਕਰਨਗੇ। ਉਹਨਾਂ ਨੇ ਵੀ ਕਿਹਾ ਸੱਚੇ ਪਾਤਸ਼ਾਹ ਇਹਨਾਂ ਦੇ ਬੱਚੇ ਨੇ, ਇਹਨਾਂ ਦੀ ਪਤਨੀ ਹੈ, ਮਾਤਾ ਪਿਤਾ ਵੀ ਨੇ। ਹਜ਼ੂਰ ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਕਹਿੰਦਾ ਗੁਰੂ ਹੀ ਮਾਂ ਹੈ, ਗੁਰੂ ਹੀ ਪਿਓ ਹੈ, ਗੁਰੂ ਹੀ ਸਭ ਕੁਝ ਹੈ, ਇਹਦੇ ਘਰ ਵਾਲੇ ਵੀ ਪਿਆਰ ਵਾਲੇ ਨੇ, ਕੋਈ ਗੱਲ ਨਹੀਂ। ਉਹ ਕਿਹਾ ਇਸ ਢੰਗ ਦੇ ਨਾਲ ਕਿ ਉਹਨੂੰ ਥੱਲੇ ਰਖਾ ਲਿਆ ਤੇ ਇਸ਼ਾਰਾ ਕੀਤਾ ਵੀ ਲਿਆਓ ਬਈ ਚਿਖਾ ਸਜਾਣੀਆਂ। ਹੁਣ 1 ਲੱਕੜ ਉੱਤੇ, 2 ਲੱਕੜ ਉੱਤੇ, ਜਿਹੜੇ 4 ਸਨ ਉਹ ਵੀ ਕਦੀ ਚੁੱਕੀ ਫਿਰਨ। ਹੁਣ ਜਿਹੜਾ ਲੇਟਿਆ ਸੀ ਨਾ ਸਮਝ ਗਿਆ ਵੀ ਹੁਣ ਜੇ ਬਹੁਤੀ ਦੇਰ ਕੀਤੀ ਨਾ ਤੇ ਕੰਮ ਗੜਬੜ ਹੈ। ਤੇ ਇੱਕਦਮ ਉੱਠ ਖੜਿਆ, ਕਹਿੰਦੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਜਿਉਂਦਾ ਹੀ ਆ। ਤੇ ਉਦੋਂ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਿਉਂਦਾ ਹੈ, ਪਰ ਮੈਂ ਤੇ ਇਹ ਗੱਲ, ਇਹ ਪ੍ਰੇਰਨਾ ਤੁਹਾਨੂੰ ਦੇਣਾ ਚਾਹੁੰਦਾ ਹੈ ਵੀ ਖਾਲੀ ਅੱਖਾਂ ਮੀਟ ਕੇ ਪੜਨ ਨਾਲ ਕੁਝ ਨਹੀਂ ਹੋਣਾ, ਹੰਝੂ ਕੇਰ ਕੇ ਪੜਨ ਨਾਲ ਕੁਝ ਨਹੀਂ ਹੋਣਾ, ਸੁਰੀਲਾ ਪੜ ਕੇ ਕੁਝ ਨਹੀਂ ਹੋਣਾ, ਉੱਚਾ ਗਾ ਕੇ ਕੁਝ ਨਹੀਂ ਹੋਣਾ, ਲੈ ਵਿੱਚ ਗਾ ਕੇ ਕੁਝ ਨਹੀਂ ਹੋਣਾ, ਵਾਹ ਕਰਵਾ ਕੇ ਵੀ ਕੁਝ ਨਹੀਂ ਹੋਣਾ। ਹੋਣਾ ਤੇ ਤਾਂ ਹੈ ਜੇ ਨਾਮ ਦੇ ਨਾਲ ਸਾਂਝ ਪੈ ਜਾਏ। ਜਿਸ ਗੁਰੂ ਦੇ ਮਿਲਾਪ ਦੀਆਂ ਗੱਲਾਂ ਕਰਦੇ ਹੋ, ਅੱਜ ਉਸੇ ਗੁਰੂ ਨੂੰ ਤੁਸੀਂ ਧੋਖਾ ਦੇ ਕੇ ਇਥੋਂ ਨਿਕਲਣ ਦੀ ਯਤਨ ਬਣਾ ਕਰ ਰਹੇ ਹੋ। ਇਹ ਸਾਰਿਆਂ ਨੂੰ ਸਿੱਖਿਆ ਦੇਣ ਵਾਸਤੇ ਮੈਂ ਕੌਤਕ ਰਚਿਆ ਸੀ, ਖਾਲੀ ਗਾਣ ਨਹੀਂ ਉੱਤਮ ਨਾ ਸਮਝ ਲੈਣਾ। ਅੱਜ ਸਾਡੀ ਇਹ ਇਤਰਾਸਦੀ ਹੈ, ਮੈਨੂੰ ਕਹਿ ਲੈਣ ਦੇਣਾ, ਅਸੀਂ ਵੀ ਆਵਾਜ਼ ਦੇ ਮਗਰ ਹੀ ਹਾਂ ਨਾ।
कई रागी ਸਿੰਘਾਂ ਨੂੰ ਅਸੀਂ ਲੱਖ ਲੱਖ 2-2 4-4 ਲੱਖ ਤੱਕ ਵੀ ਭੇਟਾ ਦੇ ਕੇ ਬੁਲਾਉਂਦੇ ਆ ਤੇ ਜਿਹੜਾ ਸਾਡੇ ਗੁਰਦੁਆਰੇ ਸਾਹਿਬ ਦਾ ਭਾਈ ਸਾਹਿਬ ਹੈ ਕੀਰਤਨੀ ਹੈ ਉਹਦਾ ਨਾਮ ਨਹੀਂ ਹੈ ਉਹਦੇ ਵਾਸਤੇ ਸਾਡਾ ਕੋਈ ਫਰਜ਼ ਨਹੀਂ ਹੈ ਇਹਦਾ ਮਤਲਬ ਅਸੀਂ ਕੰਨ ਰਸ ਦੇ ਉਪਾਸ਼ਕ ਹੋ ਗਏ ਨਾ ਸ਼ਬਦ ਤੇ ਉਹੀ ਪੜਦਾ ਪਿਆ ਨਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਦੇ ਪਰ ਜੇ ਸਾਡਾ ਰਾਗੀ ਸਿੰਘ ਪੜ੍ਹੇ ਫਿਰ ਅਸੀਂ ਬਹਿੰਦੇ ਨਹੀਂ ਜੇ ਕੋਈ ਨਾਮੀ ਰਾਗੀ ਸਿੰਘ ਪੜ੍ਹੇ ਫਿਰ ਅਸੀਂ ਸਾਡਾ ਹਾਲ ਹੀ ਭਰ ਜਾਂਦਾ ਸਮਝੀਏ ਇਸ ਗੱਲ ਨੂੰ ਅਸੀਂ ਨਾਮ ਨਾਲ ਜੁੜਨਾ ਹੈ ਸਰੀਰਾਂ ਨਾਲ ਨਹੀਂ ਜੁੜਨਾ ਅਸੀਂ ਕਿਸੇ ਸੈਲੀਬ੍ਰਿਟੀ ਨਾਲ ਨਹੀਂ ਜੁੜਨਾ ਅਸੀਂ ਨਾਮ ਨਾਲ ਜੁੜਨਾ ਹੈ ਗੱਲ ਕਰਨ ਵਾਲਾ ਕੋਈ ਹੋਵੇ ਮੈਂ ਹੋਵਾਂ ਤੁਸੀਂ ਹੋਵੋ ਗੁਰੂ ਦੀ ਗੱਲ ਕਰਨ ਵਾਲੇ ਕੋਈ ਵੀ ਹੋਵੇ ਸੁਣੋ ਉਹਨੂੰ ਸਾਡਾ ਭਾਈ ਸਾਹਿਬ ਹੋਵੇ ਸਾਡੇ ਪ੍ਰਧਾਨ ਸਾਹਿਬ ਹੋਣ ਸੰਗਤ ਵਿੱਚੋਂ ਕੋਈ ਹੋਵੇ ਉਨੀ ਹੀ ਇੰਟੈਂਸ਼ਨ ਦੇ ਨਾਲ ਉਨੇ ਹੀ ਪਿਆਰ ਦੇ ਨਾਲ ਸੁਣੋ ਕਿਉਂ ਕਿਉਂਕਿ ਅਸੀਂ ਨਾਮ ਨਾਲ ਜੁੜਨ ਜਾ ਰਹੇ ਹਾਂ ਕਿਸੇ ਵਿਅਕਤੀ ਨਾਲ ਜੁੜਨ ਨਹੀਂ ਜਾ ਰਹੇ ਇਸੇ ਕਰਕੇ ਮੇਰੇ ਮਾਲਕ ਨੇ ਕਿਹਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਤੇ ਸਾਡੇ ਵਰਗਿਆਂ ਦੀ ਵੀ ਕੰਨ ਖਿੱਚ ਨਾ ਮੇਰੇ ਮਾਲਕ ਨੇ ਬਚਨ ਪੜ੍ਹ ਦਈਏ ਸਤਿਗੁਰੂ ਜੀ ਸਾਡੇ ਵਰਗੇ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਵੀ ਤੁਸੀਂ ਕੀਰਤਨ ਕਰਦੇ ਹੋ ਕਥਾ ਕਰਦੇ ਹੋ ਰੱਬ ਦੀਆਂ ਗੱਲਾਂ ਕਰਦੇ ਹੋ ਨਾ ਭਲਾ ਰੱਬ ਦੀਆਂ ਗੱਲਾਂ ਕਾਹਦੇ ਵਾਸਤੇ ਕਰਦੇ ਹੋ ਵੀ ਤਾਂ ਕਿ ਨਾਮ ਨੂੰ ਅਸੀਂ ਵੀ ਸਮਝ ਸਕੀਏ ਪਰ ਜੇ ਮੇਰੇ ਵਰਗਾ ਕਥਾ ਕਰਦਾ ਕਰਦਾ ਦੇਖੀ ਜਾਏ ਵੀ ਮਾਇਆ ਕਿੰਨੀ ਕੁ ਬਣ ਗਈ ਮੇਰੇ ਵਰਗਾ ਕਥਾ ਕਰਦਿਆਂ ਕਰਦਿਆਂ ਸਮਾਂ ਸਮਾਪਤ ਹੋ ਗਿਆ ਪਰ ਅਚਾਨਕ ਦੇਖਿਆ ਵੀ 10 ਸਰੀਰ ਮੱਥਾ ਟੇਕਣ ਆਏ ਨੇ ਮੱਥਾ ਵੀ ਟੇਕਣਗੇ ਤੇ ਮੇਰੇ ਅੱਗੇ ਵੀ 10 ਦਾ ਨੋਟ ਰੱਖਣਗੇ ਚੱਲ 5 ਮਿੰਟ ਹੋਰ ਲਾ ਲਵਾਂ ਜੇ ਤੇ ਇਹੀ ਮੇਰੀ ਬਿਰਤੀ ਹੈ ਫਿਰ ਮੇਰੀ ਕਥਾ ਕਰਨ ਦਾ ਕੀ ਲਾਭ ਫਿਰ ਮੇਰਾ ਕਾਹਦਾ ਉਧਾਰ ਹੋਏਗਾ ਇਸ ਢੰਗ ਦੇ ਨਾਲ ਭਾਵੇਂ ਮੇਰਾ ਜਿੰਨਾ ਮਰਜ਼ੀ ਨਾਮਣਾ ਹੋਵੇ ਲੋਕੀ ਭਾਈ ਸਾਹਿਬ ਕਹਿੰਦੇ ਹੁਣ ਗਿਆਨੀ ਕਹਿੰਦੇ ਹੁਣ ਕਹੀ ਜਾਣ ਮੈਂ ਨਹੀਂ ਕਹਿੰਦਾ ਸਤਿਗੁਰ ਦੇ ਬਚਨ ਨੇ ਪੰਡਿਤ ਭੁੱਲ ਭੁੱਲ ਮਾਇਆ ਦੇਖੈ ਪੰਡਿਤ ਭੁੱਲ ਕੇ ਫਿਰ ਮਾਇਆ ਵੱਲ ਵੇਖਦੇ ਆ ਕਿੰਨੀ ਕੁ ਹੋ ਗਈ ਪੰਡਿਤ ਮੈਨੇ ਸਾਡੇ ਵਰਗੇ ਲਾ ਲਓ ਕਥਾ ਕਰਨ ਵਾਲਾ ਕੀਰਤਨ ਕਰਨ ਵਾਲਾ ਧਿਆਨ ਮੇਰੇ ਵਰਗਾ ਬੰਦਾ ਆ ਕੇ ਕਹੇ ਅੱਜ ਪ੍ਰੋਗਰਾਮ ਚੰਗਾ ਨਹੀਂ ਹੋਇਆ ਤੇ ਬੱਚੇ ਪਹਿਲੀ ਸਮਝਦਾਰੀ ਨੂੰ ਪੈਸੇ ਨਹੀਂ ਮਿਲੇ ਇਹਨੂੰ ਅੱਜ ਬਹੁਤਾ ਲੱਗਦਾ ਤਾਂ ਹੀ ਕਹਿੰਦਾ ਚੰਗਾ ਨਹੀਂ ਹੋਇਆ ਬਹੁਤ ਵਧੀਆ ਪ੍ਰੋਗਰਾਮ ਸੀ ਇਹਦਾ ਮਤਲਬ ਭੇਟਾ ਜ਼ਿਆਦਾ ਵਧੀਆ ਮਿਲ ਗਈ ਇਹਨੂੰ ਜੇ ਤੇ ਪੈਮਾਨਾ ਇਹੀ ਹੈ ਪੈਸਿਆਂ ਦਾ ਹੀ ਫਿਰ ਆਪਾਂ ਨਾਮ ਨਾਲ ਤੇ ਨਹੀਂ ਜੁੜੇ ਦਾਮ ਨਾਲ ਜੁੜ ਗਏ ਅਸੀਂ ਤੇ ਹੁਣ ਮੇਰੇ ਵਰਗਾ ਬੰਦਾ ਜਾਂ ਜੋ ਅਜੋਕੀ ਵਿਚਾਰਧਾਰਾ ਹੈ ਪੈਸਿਆਂ ਦੇ ਨਾਲ ਹੀ ਸਭ ਨੂੰ ਪੂਰਾ ਕਰਨਾ ਚਾਹੁੰਦਾ ਹੈ ਕਿਸੇ ਲੋੜਵੰਦ ਦੀ ਸੇਵਾ ਕਰਨ ਦਾ ਸਾਡੇ ਵਿੱਚ ਵਿਧਾਨ ਹੈ ਸਮਝਾਇਆ ਹੈ ਵੀ ਕਿਸੇ ਨੂੰ ਦੇਣ ਦੇ ਨਾਲ ਰੱਬ ਖੁਸ਼ ਹੁੰਦਾ ਹੈ ਪਰ ਉਹਦੇ ਵਿੱਚ ਅਸੀਂ ਦਾਨ ਦਾ ਹੋਰੇ ਤਰ੍ਹਾਂ ਦਾ ਸੰਕਲਪ ਬਣਾ ਲਿਆ ਸੋਨੇ ਦੇ ਮੰਦਿਰ ਬਣਾ ਦਿੱਤੇ ਅਸੀਂ ਲੋਕਾਂ ਨੇ ਨਾਲ ਸਾਡੇ ਲੋੜਵੰਦ ਜਿਹੜਾ ਹੈ ਉਹ ਭੁੱਖਾ ਮਰ ਜਾਏ ਭਾਵੇਂ ਸੋਚ ਕੇ ਵੇਖੀ ਨਾ ਕਿ ਸਾਡਾ ਕਰਮ ਕਾਂਡ ਨਹੀਂ ਹੈ ਗੁਰੂ ਸਾਹਿਬ ਨੇ ਕਿੱਥੇ ਕਿਹਾ ਸੀ ਮੇਰੀ ਪਾਲਕੀ ਸੋਨੇ ਦੀ ਹੋਵੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਸਾਰਿਆਂ ਵਿੱਚ ਰੱਬ ਵਸਦਾ ਹੈ ਸਭ ਦੀ ਸੇਵਾ ਕਰ ਗੁਰੂ ਸਾਹਿਬ ਨੇ ਕਿੱਥੇ ਕਿਹਾ ਸੀਗਾ ਵੀ ਸਾਰਾ ਕੁਝ ਹੀ ਤੁਸੀਂ ਸੰਗਮਰਮਰ ਦਾ ਕਰ ਦਿਓ ਸੋਨੇ ਦਾ ਕਰ ਦਿਓ ਗੁਰੂ ਸਾਹਿਬ ਨੇ ਤੇ ਇਹ ਕਿਹਾ ਸੀ ਫਰੀਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ ਸਾਰਿਆਂ ਵਿੱਚ ਰੱਬ ਨੂੰ ਵੇਖ ਕੇ ਸਾਰਿਆਂ ਦੀ ਲੋੜ ਤੂੰ ਪੂਰੀ ਕਰ ਹੁਣ ਅਸੀਂ ਉਹ ਤਾਂ ਕਰ ਨਹੀਂ ਪਾ ਰਹੇ ਇਹੋ ਕਾਰਨ ਹੈ ਕਿ ਜੇ ਕੋਈ ਧਰਮ ਦੇ ਰਾਹ ਤੇ ਚੱਲਦਾ ਹੈ ਨਾ ਉਸ ਨੂੰ ਮਾਇਆ ਦੇਣ ਨੂੰ ਸਾਡਾ ਚਿੱਤ ਹੀ ਨਹੀਂ ਕਰਦਾ ਕਿਉਂਕਿ ਉਹਦੇ ਨਾਲ ਕੋਈ ਕਰਮ ਕਾਂਡ ਨਹੀਂ ਜੁੜਿਆ ਵੀ ਤੂੰ ਪੁੰਨ ਮਿਲੇਗਾ ਪਰ ਹੋਰੇ ਤਰ੍ਹਾਂ ਦਾ ਕੋਈ ਕਰਮ ਕਾਂਡ ਸ਼ੁਰੂ ਹੋ ਜਾਏ ਨਾ ਅਸੀਂ ਬਹੁਤ ਮਾਇਆ ਦੇਣ ਲੱਗ ਪੈਂਦੇ ਆ ਸੋਚਦੇ ਵੀ ਇਹ ਸਾਨੂੰ ਪੁੰਨ ਮਿਲੇਗਾ ਸਤਿਗੁਰ ਕਹਿਣ ਲੱਗੇ ਨਹੀਂ ਨਾ ਗਲਤ ਹੈ ਬਹੁਤ ਸ਼ਾਸਤਰ ਬਹੁਤ ਸਿਮਰਤੀ ਮੈਂ ਦੇਖ ਲਿਆ ਚੰਗੀ ਤਰ੍ਹਾਂ ਕੋਖ ਪੜਤਾਲ ਕਰਕੇ ਇਹੋ ਜਿਹੀਆਂ ਤਕਿਆਨੂਸੀ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਕੁਝ ਵੀ ਨਹੀਂ ਹੈਗੀ
ਇਹ ਰੱਬ ਦੀ ਬਰਾਬਰੀ ਨਹੀਂ ਕਰ ਸਕਦੀਆਂ। ਰੱਬ ਦੇ ਬਾਰੇ ਸਮਝੋ ਕਿ ਮੇਰਾ ਮਾਲਕ ਕੀ ਚਾਹੁੰਦਾ ਹੈ। ਹੁਣ ਸਾਡੇ ਵਰਗੇ ਬੰਦੇ ਵੀ ਜੇ ਖਾਲੀ ਮਾਇਆ ਹੀ ਦੇਖੀ ਜਾਣ ਤੇ ਹਜ਼ੂਰ ਨੇ ਸਾਡੇ ਕੰਨ ਵੀ ਖਿੱਚੇ ਐ, ਪੰਡਿਤ ਭੁੱਲ ਭੁੱਲ ਮਾਇਆ ਦੇਖੈ ਦਿਖਾ। ਦਿਖਾ ਮੈਨੇ ਦਕਸ਼ਨਾ, ਕਿਨੇ ਕਿਸ ਨੇ ਕਿਹ ਆਣ ਚੜਾਇਆ, ਕਿਸ ਨੇ ਕਿਹੜੀ ਭੇਟਾ ਅੱਗੇ ਆ ਕੇ ਰੱਖੀ ਹੈ। ਫਿਰ ਹਜ਼ੂਰ ਕਹਿਣ ਲੱਗੇ ਤੂੰ ਰੱਬ ਦਾ ਨਾਮ ਬੋਲਦਾ ਹੋਇਆ ਵੀ ਨਾ ਨਾਮ ਨਾਲ ਨਹੀਂ ਜੁੜ ਸਕਿਆ, ਕਿਸੇ ਹੋਰ ਦੇ ਨਾਲ ਹੀ ਤੂੰ ਜੁੜ ਗਿਆ। ਸੋ ਆਓ ਅਸੀਂ ਜਿੱਥੇ ਸ਼ਲੋਕ ਨੂੰ ਪੜ੍ਹਦੇ ਆ ਨਾ, ਉੱਥੇ ਇਹਦੇ ਵਿੱਚ ਜੋ ਮੇਰੇ ਮਾਲਕ ਨੇ ਸਮਝਾਇਆ ਉਹਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰੀਏ। ਇਹੀ ਸਾਰੀਆਂ ਗੱਲਾਂ ਦੇਖੋ ਪਹਿਲੀ ਅਸ਼ਟਪਦੀ ਦੇ ਵਿੱਚ ਮੇਰੇ ਮਾਲਕ ਨੇ ਸਮਝਾਈਆਂ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਿਤ ਵਖਿਆਨ। ਤੂੰ ਜਾਪ ਕਰਦਾ ਰਹਿ, ਤੂੰ ਬਹੁਤੇ ਤਨਾਂ ਨੂੰ ਤਪਾਈ ਜਾ, ਆਪਣੇ ਆਪ ਨੂੰ ਔਖੇ ਔਖੇ ਵਰਤ ਰੱਖ ਲਿਆ, ਸਾਰਾ ਦਿਨ ਰੋਟੀ ਨਹੀਂ ਖਾਣੀ, ਤੁਹਾਨੂੰ ਤਪਾਇਆ ਹੀ ਹੈ, ਹੋਰ ਕੀ ਕੀਤਾ ਹੈ। ਕੱਪੜੇ ਹੀ ਨਹੀਂ ਪਾਣੇ, ਇਹ ਤੁਹਾਨੂੰ ਤਪਾਇਆ ਹੀ ਹੈ, ਹੋਰ ਕੀ ਕੀਤਾ ਹੈ। ਮੈਨੂੰ ਕਹਿ ਲੈਣ ਦੇਣਾ, ਆਪਣੇ ਸਿਰ ਦੇ ਉੱਤੇ ਬਹੁਤ ਹੀ ਭਾਰੀ 50-50 ਕਿਲੋ ਦੀ ਦਸਤਾਰ ਸਜਾ ਲੈਣੀ, ਔਰ ਸਜਾਈ ਰੱਖਣੀ। ਕਿਤੇ ਇਹ ਵੀ ਕਿਤੇ ਤਾਪ ਦਾ ਹੀ ਨਹੀਂ ਹੈਗਾ ਰੂਪ। ਸੋਚ ਕੇ ਦੇਖੋ, ਆਪਣੇ ਤਨ ਨੂੰ ਮੇਰੇ ਮਾਲਕ ਨੇ ਕਦੋਂ ਕਿਹਾ ਤੁਸੀਂ ਆਪਣੇ ਤਨ ਨੂੰ ਤੰਗ ਕਰੋ। ਇਸ ਢੰਗ ਨਾਲ ਰੱਬ ਨਹੀਂ ਮਿਲਣਾ। ਸਿਰ ਦੇ ਵਿੱਚ ਗੁਰੂ ਦਾ ਰੱਬ ਦਾ ਪਿਆਰ ਵੀ ਹੋਵੇ ਤੇ ਉਸ ਦੀ ਵਿਚਾਰ ਵੀ ਹੋਵੇ। ਗੱਲ ਤਾਂ ਇਹ ਤਾਂ ਬਣਨੀ ਹੈ, ਪਰ ਅਸੀਂ ਕਿਧਰੇ ਨਾ ਕਿਧਰੇ ਆਪਣੇ ਤਨ ਨੂੰ ਤਪਾ ਕੇ ਸੋਚਦੇ ਹਾਂ ਵੀ ਸ਼ਾਇਦ ਏਦਾਂ ਰੱਬ ਜ਼ਿਆਦਾ ਖੁਸ਼ ਹੋਏਗਾ। ਹਜ਼ੂਰ ਨੇ ਸਾਫ਼ ਕਹਿਤਾ ਜਾਪ ਤਾਪ ਗਿਆਨ ਸਭ ਧਿਆਨ। ਇੱਥੇ ਜਿਹੜਾ ਗਿਆਨ ਹੈ ਨਾ, ਇਹ ਕਰਮਕਾਂਡੀ ਗਿਆਨ ਹੈ, ਗੁਰੂ ਦੇ ਗਿਆਨ ਦੀ ਗੱਲ ਨਹੀਂ ਕੀਤੀ ਜਾ ਰਹੀ ਇੱਥੇ। ਸਾਡੇ ਵਰਗੇ ਬੜੇ ਗਿਆਨੀ ਨਹੀਂ ਜੀ ਏਦਾਂ ਨਹੀਂ ਕਰੀਦਾ ਹੁੰਦਾ, ਏਦਾਂ ਹੀ ਕਰੀਦਾ ਹੁੰਦਾ, ਬੱਟੀ ਐਵੇਂ ਘੁਮਾਈ ਦੀ ਹੈ, ਦੀਵਾ ਐਵੇਂ ਬਾਲੀ ਦਾ, ਸੱਜੇ ਪਾਸੋਂ ਜਾਈਦਾ ਖੱਬੇ ਪਾਸੋਂ ਜਾਈਦਾ। ਕਦੇ ਮ੍ਰਿਤਕ ਸੰਸਕਾਰ ਹੋਵੇ ਪਹਿਲਾਂ ਸਿਰ ਬਾਹਰ ਕੱਢੀਏ ਜੀ ਕਿ ਪਹਿਲਾਂ ਲੱਤਾਂ ਬਾਹਰ ਕੱਢੀਏ ਘਰੋਂ ਬਾਹਰ। ਮਿਲਦੇ ਨਾ ਕਈ ਗਿਆਨੀ ਕਈ ਮਿਲਦੇ ਨਹੀਂ ਪਹਿਲਾਂ ਸਿਰ ਬਾਹਰ ਜਾਣਾ ਚਾਹੀਦਾ ਜੀ, ਨਹੀਂ ਪਹਿਲਾਂ ਲੱਤਾਂ ਬਾਹਰ ਜਾਣੀ ਚਾਹੀਦੀ। ਇਹੋ ਜਿਹੀ ਗੱਲਾਂ ਉਸ ਗਿਆਨ ਦੀ ਗੱਲ ਕੀਤੀ ਜਾ ਰਹੀ ਜੋ ਕਰਮਕਾਂਡੀ ਗਿਆਨ ਹੈ। ਇੱਥੇ ਦਾ ਸਭ ਧਿਆਨ ਦੀ ਗੱਲ ਕੀਤੀ ਜਾ ਰਹੀ ਹੈ, ਕਰਮਕਾਂਡੀ ਸਮਾਧੀਆਂ ਲਾਉਣ ਵਾਲੇ ਧਿਆਨ ਦੀ ਗੱਲ ਕੀਤੀ ਜਾ ਰਹੀ ਹੈ। ਘਰ ਦਾ ਕੰਮਕਾਰ ਛੱਡ ਕੇ ਤੇ ਸਮਾਧੀ ਲਾ ਕੇ ਬਹਿ ਜਾਓ, ਸਵਾਸ ਚੜਾ ਕੇ ਬਹਿ ਜਾਓ। ਹਜ਼ੂਰ ਕਹਿੰਦੇ ਸਾਰਾ ਕੁਝ ਕਰਕੇ ਵੇਖ ਲਓ। ਖਟ ਸ਼ਾਸਤਰ 6 ਸ਼ਾਸਤਰ ਸਿਮਰਿਤ 27 ਸਿਮਰਤੀਆਂ ਨੇ, ਵਖਿਆਨ ਉਹਨਾਂ ਦੀ ਵਿਆਖਿਆ ਕਰ ਕਰਕੇ ਸਮਝ ਲਓ, ਉਹਦੇ ਮੁਤਾਬਕ ਕਰੀ ਚਲੋ ਸਭ ਕੁਝ। ਆਪ ਜੀ ਨੂੰ ਪਤਾ ਹੋਏਗਾ ਇਹ ਜੋ ਵਰਨ ਵੰਡ ਵੀ ਹੈ ਨਾ, ਵੀ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ, ਸ਼ੂਦਰ ਹੈ, ਇਹ ਵੀ ਮਨੂ ਸਿਮਰਤੀ ਨੇ ਪਾਈ ਹੈ, ਉਹ ਵੀ ਇੱਕ ਸਿਮਰਤੀ ਹੈ। ਕਹਿੰਦੇ ਸਭ ਦੀ ਵਿਆਖਿਆ ਵੀ ਕਰੀ ਜਾਏ। ਜੋਗ ਅਭਿਆਸ ਕਰਮ ਧਰਮ ਕਿਰਿਆ, ਜੋ ਜੋਗੀ ਲੋਕ ਕਰਦੇ ਨੇ, ਆਹ ਆਸਨ ਕਰੋ ਜੀ, ਏਦਾਂ ਜਟਾਵਾਂ ਰੱਖ ਲਓ ਜੀ, ਜੋ ਵੀ ਉਹਨਾਂ ਦੀ ਕਿਰਿਆ ਹੈਗੀ, ਕਹਿੰਦੇ ਉਹ ਤਾਂ ਜੋਗੀਆਂ ਵਾਲਾ ਅਭਿਆਸ, ਉਹਨਾਂ ਵਰਗੇ ਕਰਮ, ਉਹੋ ਜੀ ਸਾਰੀ ਕਿਰਿਆ। ਸਗਲ ਤਿਆਗ ਬਨ ਮੱਧੇ ਫਿਰਿਆ, ਸਾਰਾ ਕੁਝ ਤਿਆਗ ਕਰਕੇ, ਘਰ ਦਾ ਤਿਆਗ, ਕੰਮ ਘਰ ਦਾ ਤਿਆਗ, ਧੀਆਂ ਪੁੱਤਰਾਂ ਦਾ ਤਿਆਗ, ਤੇ ਜੰਗਲਾਂ ਵਿੱਚ ਜਾ ਕੇ ਘੁੰਮਦਾ ਰਿਹਾ। ਸੋਚਿਆ ਵੀ ਏਦਾਂ ਵੀ ਰੱਬ ਦੇ ਨਾਮ ਦੀ ਬਰਾਬਰੀ ਏਦਾਂ ਹੋ ਜਾਏਗੀ, ਪ੍ਰਭੂ ਇਹਨੂੰ ਪਿਆਰ ਕਰ ਲੇਗਾ। ਇਸ ਗੱਲ ਨੂੰ ਆਪਾਂ ਬੜਾ ਔਖਾ ਜੀਵਨ ਬਤਾਇਆ। ਵੇਖੋ ਜੀ ਉਹਨੇ ਵਿਆਹ ਹੀ ਨਹੀਂ ਕਰਾਇਆ, ਸਾਡੀ ਵੇਖੋ ਕਿੱਦਾਂ ਦੀ ਸੋਚ ਹੋ ਗਈ। ਬੜੇ ਮਹਾਨ ਨੇ, ਕਿਉਂ ਜੀ ਉਹਨੇ ਵਿਆਹ ਹੀ ਨਹੀਂ ਕਰਾਇਆ। ਤੇ ਗੁਰੂ ਨਾਨਕ ਸਾਹਿਬ ਨੇ ਤੇ ਕਰਾਇਆ ਸੀ ਵਿਆਹ, ਫਿਰ ਉਹ ਮਹਾਨ ਨਹੀਂ ਹੈਗੇ। ਇਹ ਤੇ ਬੜੇ ਪਹੁੰਚੇ ਹੋਏ ਨੇ, ਕਿਉਂ ਜੀ ਤੇ ਰੋਟੀ ਨਹੀਂ ਖਾਂਦੇ। ਤੇ ਗੁਰੂ ਨਾਨਕ ਸਾਹਿਬ ਨੇ ਤੇ ਭਾਈ ਲਾਲੋ ਦੇ ਘਰ ਰੋਟੀ ਖਾ ਲਈ ਸੀ। ਫਿਰ ਇਹ ਸੋਚੀਏ ਵੀ ਸਾਡੀ ਸੋਚ ਵਿੱਚ ਜਿਹੜਾ ਹੈ ਕੀ ਆਇਆ ਹੋਇਆ। ਅਸੀਂ ਕਰਮ ਕਾਂਡਾਂ ਨਾਲ ਨਹੀਂ ਜੁੜਨਾ ਹੈਗਾ। ਨਾਮ ਸਾਨੂੰ ਮਹਾਨ ਬਣਾਏਗਾ, ਇਹੋ ਜਿਹੇ ਕਾਂਡ ਸਾਨੂੰ ਜਿਹੜੇ ਹੈਗੇ ਨੇ ਉਹ ਨਹੀਂ ਮਹਾਨ ਬਣਾਉਣਗੇ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ। ਅਨੇਕ ਢੰਗ ਦੇ ਇਹੋ ਜਿਹੇ ਹੋਰ ਯਤਨ,
देखो पहली पौड़ी जपजी साहब की, सोचै सोच ना होई, जे सोची लख वार, चुप है चुप ना होई, जे लाए रहा लिवतार। जपजी साहब की शुरुआत ही सानू ये दसदी है भी असीं कर्म कांडां विच नहीं पैना, इशनानां विच नहीं पैना, असीं समाधियां विच नहीं असीं पैना। ਉਹੀ ਗੱਲ ਇੱਥੇ ਕੀਤੀ ਜਾ ਰਹੀ ਹੈ। ਅਨੇਕਾਂ ਇਹੋ ਜਿਹੇ ਪ੍ਰਕਾਰ ਦੇ ਯਤਨ ਕੀਤੇ, ਪੁੰਨ ਦਾਨ ਹੋਮੈ ਬਹੁ ਰਤਨਾ। ਇੱਥੇ ਹੋਮੈ ਦਾ ਅਰਥ ਅਹੰਕਾਰ ਵਾਲੇ ਹੀ ਹੋਮੈ ਨਹੀਂ ਹੈ, ਇੱਥੇ ਹੋਮ ਜੱਗ ਵਾਲੀ। ਹੋਮੈ ਦਾ ਮਤਲਬ ਹੈ ਅਗਨ ਦੇ ਵਿੱਚ ਕੋਈ ਚੀਜ਼ ਭੇਟ ਕਰ ਦੇਣੀ, ਪਾ ਦੇਣੀ। ਅੱਗ ਬਾਲ ਕੇ ਜੋ ਜੱਗ ਕਰਦੇ ਨੇ ਨਾ, ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਪਾਉਂਦੇ ਨੇ, ਅਸੀਂ ਕਹਿੰਦੇ ਉਹਨੂੰ ਹੋਮ ਕਰ ਦਿੱਤਾ। ਜਿਹੜਾ ਸ਼ਬਦ ਹੈ ਇੱਥੇ ਰਤਨਾ, ਘਿਓ ਨੂੰ ਵੀ ਰਤਨ ਕਿਹਾ ਜਾਂਦਾ। ਇਸ ਕਰਕੇ ਕਈਆਂ ਨੇ ਅਰਥ ਇਹਦੇ ਕੀਤੇ ਵੀ ਬਹੁਤ ਕੀਮਤੀ ਕੀਮਤੀ ਕਿੰਨਾ ਘਿਓ ਫੂਕਦੇ ਉਸ ਦੇ ਉੱਤੇ। ਬੜੇ ਧਿਆਨ ਨਾਲ ਸੁਣਨਾ ਇਹ ਬਚਨ ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਵੀ ਸਾਡੀ ਵੀ ਹਾਲਤ ਕਿਹੋ ਜੀ ਹੈ। ਪੁੰਨ ਦਾਨ ਹੋਮੈ ਬਹੁ ਰਤਨਾ, ਬੜਾ ਪੁੰਨ ਦਾਨ ਵੀ ਕਰੇ। ਇੱਥੇ ਤਾਂ ਕਈਆਂ ਨੇ ਆਪਣੀ ਇਸਤਰੀਆਂ ਵੀ ਦਾਨ ਕਰ ਦਿੱਤੀਆਂ। ਅਸੀਂ ਵੀ ਕਈ ਡੇਰਿਆਂ ਦੇ ਨਾਂ ਤੇ ਜ਼ਮੀਨ ਲਗਵਾ ਦਿੱਤੀ ਨਾ, ਤੇ ਬਾਅਦ ਚ ਪਿੱਟਦੇ ਰਹਿ ਗਏ ਅਸੀਂ ਲੋਕ। ਕਿਉਂ ਲਵਾਈ ਸੀ ਭਲਾ? ਵੀ ਸਾਨੂੰ ਬੜਾ ਪੁੰਨ ਮਿਲੇਗਾ। ਹੋਮੈ ਬਹੁ ਰਤਨਾ ਭਾਵ ਬਹੁਤ ਘਿਓ ਜਿਹੜਾ ਉਹ ਚ ਹੋਮ ਕਰ ਦੇਵੇ, ਸਾੜ ਦੇਵੇ। ਮਾਫ ਕਰਨਾ, ਕਿਤੇ ਅਸੀਂ ਵੀ ਜੋਤਾਂ ਦੇ ਵਿੱਚ ਘਿਓ ਨਹੀਂ ਸਾੜ ਰਹੇ ਕਿਤੇ। ਜੁੜਨਾ ਨਾਮ ਨਾਲ ਸੀ, ਜੁੜ ਆਪਾਂ ਜੋਤ ਨਾਲ ਗਏ। ਅਖੰਡ ਪਾਠ ਸਾਹਿਬ ਦੀ ਬਾਣੀ ਦਾ ਕੋਈ ਪਤਾ ਨਹੀਂ ਕਿੱਥੇ ਚੱਲ ਰਹੀ ਹੈ, ਕੀ ਹੋ ਗਿਆ। ਜੋਤ ਨਾ ਬੁੱਝ ਜਾਏ ਕਿਤੇ, ਜੋਤ ਨਾ ਬੁੱਝ ਜਾਏ, ਉਹ ਤੇ ਘਿਓ ਹਰ ਕੋਈ ਪਾਈ ਜਾਏਗਾ। ਤੇ ਸਭ ਮੈਂ ਜੋਤ, ਜੋਤ ਹੈ ਸੋਏ, ਉਹ ਤੇ ਗੁਰਬਾਣੀ ਨੇ ਸਮਝਾਉਣਾ ਸੀ ਨਾ। ਗੁਰਬਾਣੀ ਨੇ ਦੱਸਣਾ ਸੀ ਜੋਤ ਤੇਰੇ ਅੰਦਰ ਹੈ, ਰੱਬ ਦੀ ਜੋਤ। ਉਹਦਾ ਖਿਆਲ ਹੀ ਨਹੀਂ ਆਇਆ ਕਦੇ। ਤੇ ਬਚਨ ਪੜ੍ਹ ਕੇ ਵੇਖੋ, ਹਜ਼ੂਰ ਕਹਿੰਦੇ ਨੇ ਆਪਣਾ ਰਤਨਾ ਭਾਵ ਘਿਓ ਹੋਮ ਜਗ ਵਿੱਚ ਭਾਵੇਂ ਪਾਈ ਜਾ, ਕੋਈ ਬਰਾਬਰੀ ਨਹੀਂ ਹੈ ਪ੍ਰਭੂ ਦੇ ਨਾਮ ਦੀ। ਸਰੀਰ ਕਟਾਏ ਹੋਮੈ ਕਰ ਰਾਤੀ, ਇੱਥੇ ਵੀ ਹੋਮੈ ਦਾ ਅਰਥ ਹੈ ਹਵਨ ਕਰ ਦੇਣਾ। ਸਰੀਰ ਦੇ ਛੋਟੇ ਛੋਟੇ ਟੁਕੜੇ ਕਰਾ ਕੇ ਤੇ ਹੋਮ ਜੱਗ ਦੇ ਵਿੱਚ ਸੁਆਹ ਕਰਦੇ ਪਾ ਕੇ, ਇੰਨਾ ਕੁਝ ਵੀ ਕਰਦੇ ਤਾਂ ਕੀ ਬਹੁਤ ਵੱਡੀ ਗੱਲ ਹੈ ਕਿ ਰੱਬ ਖੁਸ਼ ਹੋ ਜਾਏਗਾ। ਵਰਤ ਨੇਮ ਕਰੈ ਬਹੁ ਭਾਂਤੀ, ਬਹੁਤ ਭਾਂਤ ਨਾਲ, ਬਹੁਤ ਅਲੱਗ-ਅਲੱਗ ਢੰਗ ਦੇ ਨਾਲ ਵਰਤ ਕਰਦਾ, ਨੇਮ ਕਰਦਾ। ਇਹ ਜੀ ਫਲਾਹਾਰੀ ਨੇ, ਇਹ ਤੇ ਰੋਟੀ ਨਹੀਂ ਖਾਂਦੇ, ਵਰਤੀ ਹੈ ਨਾ। ਇਹ ਜੀ ਕੱਪੜੇ ਨਹੀਂ ਪਹਿਨਦੇ, ਕੱਪੜਿਆਂ ਦਾ ਵਰਤ ਹੈ। ਇਹ ਚੱਪਲ ਨਹੀਂ ਪਹਿਨਦੇ, ਨੰਗੇ ਪੈਰੀ ਚੱਲਦੇ ਨੇ, ਉਹਦਾ ਵਰਤ ਹੈ। ਕਰਵਾ ਚੌਥ ਦਾ ਵਰਤ ਹੈ, ਬਹੁਤਿਆਂ ਨੂੰ ਯਾਦ ਹੀ ਹੋਏਗਾ ਨਾ। ਇਹ ਪੂਰਨਮਾਸ਼ੀ ਦਾ ਹੈ ਜੀ, ਅੱਜ ਇਕਾਦਸ਼ੀ ਦਾ ਹੈ ਜੀ ਵਰਤ। ਕਿਸੇ ਚੀਜ਼ ਤੋਂ ਰੋਕ ਲੈਣਾ, ਕਹਿੰਦੇ ਅਸੀਂ ਵਰਤ ਰੱਖ ਲਿਆ। ਕੋਈ ਚੀਜ਼ ਨਾ ਅਪਣਾਣੀ, ਜਿਹੜੀ ਲੋੜ ਵਾਲੀ ਹੈ, ਤਿਆਗ ਦੇਣਾ। ਇਹਦਾ ਮਤਲਬ ਇਹਨੇ ਉਸ ਚੀਜ਼ ਤੋਂ ਵਰਤ ਰੱਖ ਲਿਆ। ਕਹਿੰਦੇ ਕਈ ਢੰਗਾਂ ਦੇ ਨਾਲ ਵਰਤ ਰੱਖ ਲਵੇ। ਹੁਣ ਇੰਨਾ ਕੁਝ ਕਹਿ ਕੇ ਨਾ ਮੇਰੇ ਮਾਲਕ ਨੇ ਸਮਝਾਇਆ, ਆਹ ਸਾਰਾ ਕੁਝ ਸ਼ਾਸਤਰਾਂ ਵਿੱਚ ਹੈ, ਸਿਮਰਤੀਆਂ ਵਿੱਚ ਹੈ। ਏਦਾਂ ਕਰੋ, ਓਦਾਂ ਕਰੋ, ਇੰਜ ਹੋਏਗਾ, ਉਂਝ ਹੋਏਗਾ। ਮੇਰੇ ਮਾਲਕ ਨੇ ਸਾਰਿਆਂ ਦੀ ਗੱਲ ਗਣਾ ਕੇ ਤੇ ਫਿਰ ਇੱਕ ਗੱਲ ਕੀਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਇਹ ਸਾਰਾ ਕੁਝ ਰਾਮ ਦੇ ਨਾਮ ਦੀ ਵਿਚਾਰ ਦੀ ਬਰਾਬਰੀ ਨਹੀਂ ਕਰ ਸਕਦੇ। ਇਹ ਸਭ ਕੁਝ ਛੱਡੋ ਤੇ ਰੱਬ ਦੇ ਨਾਮ ਦੀ ਵਿਚਾਰ ਕਰੋ। ਤੀਰਥਾਂ ਤੇ ਜਾਣਾ ਛੱਡੋ, ਜਪ ਤਪ ਕਰਨੇ ਛੱਡੋ, ਸਮਾਧੀਆਂ ਲਾਣੀਆਂ ਛੱਡੋ, ਆ ਜਗ ਜੁਗ ਕਰਨੇ ਛੱਡੋ, ਪ੍ਰਭੂ ਦੇ ਨਾਮ ਦੀ ਵਿਚਾਰ ਕਰੋ। ਕਿਉਂਕਿ ਇਹ ਸਾਰਾ ਕੁਝ ਉਹਦੇ ਬਰਾਬਰੀ, ਤੁਲ ਦਾ ਅਰਥ ਉਹਦੇ ਬਰਾਬਰ ਨਹੀਂ ਹੈ। ਕੀ ਕਰੀਏ? ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਜਪਣਾ ਕਿਵੇਂ ਹੈ? ਸਾਡੀ ਤੇ ਵੀ ਸਮੱਸਿਆ ਹੈ ਨਾ। ਜਿਵੇਂ ਜੀ ਫਲਾਣਿਆਂ ਕੋਲੋਂ ਨਾਮ ਲਿਆ, ਫਲਾਣੇ ਬਾਬਿਆਂ ਕੋਲੋਂ, ਉਹਨਾਂ ਨੇ ਮੈਨੂੰ ਇਹ ਢੰਗ ਦੱਸਿਆ ਇੰਜ ਕਰਨ ਦਾ। ਤੇ ਸੁਖਮਨੀ ਸਾਹਿਬ ਦੀ ਬਾਣੀ ਕਹਿੰਦੀ ਗੁਰੂ ਦੇ ਰਾਹੀਂ ਜਪੋ, ਨਾਨਕ ਗੁਰਮੁਖ ਨਾਮ ਜਪੀਐ। ਗੁਰੂ ਦੇ ਰਾਹੀਂ ਨਾਮ ਜਪਣਾ ਚਾਹੀਦਾ। ਤਾਂ ਆਪਣੇ ਤਰੀਕੇ ਨਾਲ ਜਿਹੜਾ ਅਸੀਂ ਨਾਮ ਜਪ ਰਹੇ ਹਾਂ ਨਾ, ਉਹ ਨਾਮ ਜਪਣਾ ਹੈ ਹੀ ਨਹੀਂ ਅਸਲ ਵਿੱਚ। ਜਿਹਨੂੰ ਅਸੀਂ ਨਾਮ ਜਪਣਾ ਸੋਚਿਆ ਹੋਇਆ ਹੈ ਆਪਣੇ ਤਰੀਕੇ ਦੇ ਨਾਲ, ਜਿਨ੍ਹਾਂ ਦੀ ਆਪਾਂ ਵਿਚਾਰ ਕੀਤੀ ਹੈ ਨਾ, ਜਿਸ ਢੰਗ ਦੇ ਨਾਲ, ਜਿਸ ਸੋਚ ਨਾਲ ਅਸੀਂ ਕਰ ਰਹੇ ਹਾਂ, ਉਹ ਸਾਡੀ ਸੋਚ ਵਿੱਚੋਂ ਨਿਕਲੀ ਹੋਈ ਗੱਲ ਹੈ। ਗੁਰੂ ਕਿਵੇਂ ਕਹਿੰਦਾ ਜਪਣ ਵਾਸਤੇ, ਉਹ ਦੇਖੀਏ। ਗੁਰੂ ਦੇ ਰਾਹੀਂ ਨਾਮ ਜਪੀਏ
ਤੇ ਸ਼ਬਦ ਵਰਤੇ ਇੱਕ ਵਾਰ ਵੀ ਜਦੋਂ ਕਰ ਲਈਏ ਨਾ ਤੇ ਆ ਜੋ ਸਾਰਾ ਕੁਝ ਉੱਪਰ ਬਿਆਨ ਕੀਤਾ ਸੀ, ਜਾਪ ਤਾਪ ਗਿਆਨ ਧਿਆਨ 6 ਸ਼ਾਸਤਰ ਸਿਮਰਤੀਆਂ ਯੋਗ ਅਭਿਆਸ ਜੰਗਲਾਂ ਵਿੱਚ ਵਾਸਾ ਕਰਨਾ ਬਹੁਤ ਯਤਨ ਪੁੰਨ ਦਾਨ, ਇਹ ਸਭ ਬੇਕਾਰ। ਇਹਨਾਂ ਦੀ ਥਾਂ ਤੇ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਇੱਕ ਵਾਰ। ਆਓ ਅਸੀਂ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦਾ ਢੰਗ ਤਰੀਕਾ ਸਿੱਖੀਏ। ਮੇਰੇ ਮਾਲਕ ਨੇ ਇਸ ਬਾਣੀ ਰਾਹੀਂ ਇਹੀ ਸਿਖਾਇਆ, ਇਹੀ ਸਮਝਾਇਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪ੍ਰਭੂ ਦਾ ਨਾਮ ਹੀ ਸੁਖ ਹੈ, ਪ੍ਰਭੂ ਦਾ ਨਾਮ ਹੀ ਅੰਮ੍ਰਿਤ ਹੈ, ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ। ਇਸ ਕਰਕੇ ਨਾਮ ਦੇ ਨਾਲ ਜੁੜੋ, ਉਹਨੂੰ ਆਪਣੇ ਮਨ ਵਿੱਚ ਵਸਾਓ, ਕਿਉਂਕਿ ਭਗਤ ਜਨਾਂ ਦੇ ਮਨ ਵਿੱਚ ਹੀ ਇਹ ਟਿਕਦਾ ਹੈ। ਸੋ ਕਰਮ ਪਖੰਡ ਕਰਮ ਧਰਮ ਛੱਡੀਏ ਤੇ ਪ੍ਰਭੂ ਦੇ ਨਾਮ ਦੇ ਨਾਲ ਆਪਣਾ ਸੰਬੰਧ ਜੋੜੀਏ ਜੀ। ਇੱਥੇ ਵਿਚਾਰਾਂ ਦੀ ਸਮਾਪਤੀ ਹੈ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।